ਕਿ ਚਿੰਤਾ ਤਾਂ ਅਸੀਂ ਬਹੁਤ ਕਰ ਲੈਂਦੇ ਆ, ਪਰ ਉਹਦਾ ਚਿੰਤਨ ਘੱਟ ਕਰਦੇ ਆ। ਸਾਨੂੰ ਲੱਗਦਾ ਹੁੰਦਾ ਕਿ ਦੁਨੀਆ ਇੱਕ ਸਵਰਗ ਹੋਵੇ, ਸਵਰਗ 'ਚ ਮੈਂ ਰਹਿੰਦਾ ਹੋਵਾਂ, ਪਰ ਮੈਂ ਗੰਦ ਪਾਵਾਂ। ਪਬਲਿਕ ਪਲੇਸ ਜਿੱਥੇ ਵੀ ਜਦੋਂ ਕਰੋਨਾ ਸ਼ੁਰੂ ਹੋਇਆ ਸੀ ਤਾਂ ਲੋਕ ਬੜੇ ਡਰੇ ਹੋਏ ਸੀ। ਹੁਣ ਚਾਹੇ ਪਾਰਕ ਹੋਣ, ਚਾਹੇ ਹੋਮ ਪਬਲਿਕ ਪਲੇਸ ਹੋਣ, ਲੋਕਾਂ ਨੇ ਇਸ ਦੇ ਪ੍ਰਤੀ ਵੇਸਲਾਪਣ ਜਿਹੜਾ ਸ਼ੁਰੂ ਕੀਤਾ ਹੈ ਉਹ ਬੜਾ ਘਾਤਕ ਸਿੱਧ ਹੋ ਰਿਹਾ ਜੀ। ਭਾਰਤ ਦੇ ਵਿੱਚ ਤਾਂ ਜਦ 500,000 ਕੇਸ ਹੋਇਆ, ਉੱਥੇ ਵਾਲੇ ਕੱਛਾਂ ਵਜਾਇਆ ਕਰਦੇ ਸੀ, ਓਕੇ ਜੀ ਬਾਹਰਲੇ ਮੁਲਕਾਂ ਨੂੰ ਤਾਂ ਅਕਲ ਨਹੀਂ। ਉਹ ਸਾਰੇ ਦੇ ਸਾਰੇ ਚਮਚੇ ਵਿੰਗੇ ਹੋ ਗਏ ਜੀ, ਸਾਰੀਆਂ ਥਾਲੀਆਂ ਧਰੀਆਂ ਰਹਿ ਗਈਆਂ। ਸਾਰੀਆਂ ਜਿਹੜੀਆਂ ਗਊ ਮਾਤਾ ਕਹਿੰਦੇ ਸੀ ਵੀ ਬਾਰਡਰਾਂ ਤੇ ਬੰਨੀਆਂ ਹੋਈਆਂ ਨੇ, ਉਹ ਸਾਰੀਆਂ ਗੱਲਾਂ ਝੂਠੀਆਂ ਹੋ ਗਈਆਂ। ਕਰੋਨਾ ਦੇ ਮਾਮਲੇ 'ਚ ਸਾਡੀ ਸਰਕਾਰ ਮੈਨੂੰ ਉਨੀ ਸੰਜੀਦ ਲੱਗਦੀ ਨਹੀਂ ਜਿੰਨਾ ਹੋਣਾ ਚਾਹੀਦਾ। ਇੱਕ ਮਜ਼ਾਕ ਜਿਹਾ ਵੀ ਪੰਜਾਬ 'ਚ ਬਣਿਆ ਹੋਇਆ ਕਿ ਹੈ ਤਾਂ ਕਾਂਗਰਸੀਆਂ ਦੀ ਸਰਕਾਰ ਸੀ, ਕਈ ਕਹਿੰਦੇ ਸੀ ਇੱਥੇ ਅਕਾਲੀਆਂ ਦੀ ਵੱਧ ਚੱਲਦੀ ਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਦੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਤਾਂ ਸੋਸ਼ਲ ਮੀਡੀਆ ਤੇ ਦਿਖ ਜਾਂਦੇ ਆ। ਫਾਰਮ ਹਾਊਸ ਦੇ ਅੰਦਰ ਬਹੁਤ ਘੱਟ ਬੰਦਿਆਂ ਨੂੰ ਇਜਾਜ਼ਤ ਹੁੰਦੀ। ਕੁਮਾਰੀ ਜਿਹੜੀ ਇਹਨਾਂ ਦੀ ਬਣਾਈ ਹੋਈ ਸੀ, ਇੱਥੋਂ ਦੀ ਪ੍ਰਧਾਨ ਬਣਾਈ, ਇੰਚਾਰਜ ਬਣਾਈ ਹੋਈ ਸੀ ਪੰਜਾਬ ਦੀ, ਉਸ ਦੀਆਂ ਵੀ ਤਬਦੀਲੀ ਦੀਆਂ ਗੱਲਾਂ ਚੱਲਦੀਆਂ। ਨਵਜੋਤ ਸਿੰਘ ਸਿੱਧੂ ਬਾਰੇ ਅਜੇ ਤੱਕ ਹਾਲਾਂਕਿ ਸੁਰਖੀਆਂ ਅਖਬਾਰਾਂ ਦੀਆਂ ਜ਼ਰੂਰ ਬਣ ਗਈਆਂ ਕਿ ਨਵਾਂ ਢਾਂਚਾ ਪੰਜਾਬ ਦਾ ਕਾਂਗਰਸ ਨੇ ਤਕਰੀਬਨ ਹਰੀ ਝੰਡੀ ਦੇ ਦਿੱਤੀ ਆ, ਪਰ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਗਿਆ ਕਿ ਤੁਸੀਂ ਵੇਟਣਬਾਜ਼ ਕਰੋ। ਉਹੇ ਆ ਗਈ ਜਨ ਬਿਨੋ ਕੁੜੀ ਦੇ ਕੰਨ। ਹੁਣ ਉਹਨੇ ਵੀ ਤਾਂ ਕੁਛ ਨਾ ਕੁਛ ਕਰਨਾ ਹੋ, ਕਿਸੇ ਪਾਸੇ ਜਾਣਾ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਸਟ੍ਰੇਟ ਟਾਕ ਸਿੱਧੀ ਗੱਲ ਦੇ ਵਿੱਚ ਸਵਾਗਤ ਹੈ। ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਕਰੋਨਾ ਵਾਇਰਸ ਦੇ ਬਾਰੇ, ਕਿੱਥੇ ਖੜੇ ਹਾਂ ਅਸੀਂ ਕਰੋਨਾ ਵਾਇਰਸ ਨੂੰ ਲੈ ਕੇ, ਨਾਲ ਸਿਆਸਤ ਦੇ ਵਿੱਚ ਕੀ ਹੋ ਰਿਹਾ, ਭਾਰਤ ਦੇ ਵਿੱਚ ਕੀ ਹੋ ਰਿਹਾ, ਪੰਜਾਬ ਦੇ ਵਿੱਚ ਕੀ ਹੋ ਰਿਹਾ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਨੇ ਸੀਨੀਅਰ ਜਰਨਲਿਸਟ ਮਿਸਟਰ ਹਰਪ੍ਰੀਤ ਸਿੰਘ ਧਾਲੀਵਾਲ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਿਸਟਰ ਧਾਲੀਵਾਲ, ਸਵਾਗਤ ਹੈ ਤੁਹਾਡਾ। ਜੀ ਸ਼ੁਕਰੀਆ ਜੀ, ਧੰਨਵਾਦ। ਬਿਲਕੁਲ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਕਰੋਨਾ ਨੂੰ ਲੈ ਕੇ ਅਸੀਂ ਕਿੱਥੇ ਖੜੇ ਹਾਂ, ਕਿਉਂਕਿ ਥੋੜੇ ਜਿਹੇ ਟਾਈਮ ਬਾਅਦ ਨਾ ਅਸੀਂ ਭੁੱਲ ਜਾਂਦੇ ਹਾਂ, ਸਾਨੂੰ ਹਿਲਾਉਣਾ ਪੈਂਦਾ ਕਿ ਕਰੋਨਾ ਵਾਇਰਸ ਹੈ, ਪੈਂਡੈਮਿਕ ਉੱਥੇ ਹੀ ਹੈ, ਕਿਤੇ ਨਹੀਂ ਗਿਆ ਤੇ ਤੁਹਾਨੂੰ ਗਾਈਡਲਾਈਨਸ ਨੂੰ ਫੋਲੋ ਕਰਨ ਦੀ ਜ਼ਰੂਰਤ ਹੈਗੀ ਹੈ। ਸੋ ਹੁਣ ਕਰੋਨਾ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਕਿੱਥੇ ਖੜੇ ਹੈਗੇ ਹਾਂ, ਤਾਂ ਕੇਸ ਵੱਧ ਰਹੇ ਨੇ। ਹੁਣ ਪੀਸੀ ਦੇ ਵਿੱਚ ਹੀ 50 ਕੇਸ ਇੱਕ ਦਿਨ ਦੇ ਵਿੱਚ ਆਉਣਾ ਬਹੁਤ ਵੱਡੀ ਗੱਲ ਹੈਗੀ। ਸੋ ਨਾਲ ਇੱਕ ਮੌਤ ਵੀ ਹੋਈ ਹੈਗੀ ਹੈ ਕੱਲ ਦੇ ਦਿਨ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਕਰੋਨਾ ਵਾਇਰਸ ਦੀ ਤਾਂ ਹਸਪਤਾਲਾਂ ਦੇ ਵਿੱਚ ਕਿੰਨੇ ਮਰੀਜ਼ ਨੇ, ਤਾਂ ਮਰੀਜ਼ਾਂ ਦੀ ਗਿਣਤੀ ਘਟ ਰਹੀ ਹੈ। ਇਹ ਚੰਗੀ ਗੱਲ ਹੈ ਕਿ ਹਸਪਤਾਲ ਦੇ ਵਿੱਚ ਲੋਕ ਘੱਟ ਨੇ। ਜੇ ਕਰੋਨਾ ਵਾਇਰਸ ਹੁੰਦਾ ਤਾਂ ਰਿਕਵਰ ਹੋ ਰਹੇ ਨੇ। ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਅਰਸ਼ੀ, ਹੁਣ ਆਪਾਂ ਨਿੱਤ ਇਸ ਗੱਲ ਤੇ ਚਰਚਾ ਕਰਦੇ ਹਾਂ, ਜਾਂ ਜਿੱਥੇ ਵੀ ਸਮਾਜ 'ਚ ਕੋਈ ਵੀ, ਚਾਹੇ ਗਰੁੱਪ ਦੇ ਵਿੱਚ ਬੈਠਾ, ਚਾਹੇ ਪਰਿਵਾਰਿਕ ਤੌਰ ਤੇ ਕਿਤੇ ਇੱਕ ਦੂਸਰੇ ਰਿਸ਼ਤੇਦਾਰਾਂ ਨਾਲ ਟੈਲੀਫੋਨ ਤੇ ਗੱਲ ਹੁੰਦੀ ਹੈ, ਜਾਂ ਫਿਰ ਅੱਜ ਕੱਲ੍ਹ ਹੋਰ ਡਿਵਾਈਸ ਬਹੁਤ ਆ ਗਏ ਜਿੱਥੇ ਸੋਸ਼ਲ ਮੀਡੀਆ ਨਾਲ ਕੰਟੈਕਟ ਹੋਇਆ ਜਾਂਦਾ, ਤਾਂ ਸਭ ਤੋਂ ਪਹਿਲੀ ਗੱਲ ਇਸ ਨਾਮਰਾਦ ਬਿਮਾਰੀ ਬਾਰੇ ਚੱਲਦੀ ਹੈ। ਹਰ ਬੰਦਾ ਚਿੰਤਤ ਵੀ ਹੈ, ਔਰ ਚਿੰਤਤ ਹੋਣ ਦੇ ਨਾਲ ਜਿੱਥੇ ਮੈਨੂੰ ਲੱਗਦਾ ਕਿ ਚਿੰਤਾ ਤਾਂ ਅਸੀਂ ਬਹੁਤ ਕਰ ਲੈਂਦੇ ਆ, ਪਰ ਉਹਦਾ ਚਿੰਤਨ ਘੱਟ ਕਰਦੇ ਆ। ਚਿੰਤਨ ਕਹਿਣ ਦਾ ਭਾਵ ਕਿ ਅਸੀਂ ਉਹਨੂੰ ਆਪਣੇ ਆਪ ਤੇ ਇੰਪਲੀਮੈਂਟ ਕਰਦੇ ਆ, ਘੱਟ ਕਰਦੇ ਆ। ਸਾਨੂੰ ਲੱਗਦਾ ਹੁੰਦਾ ਕਿ ਦੁਨੀਆ ਇੱਕ ਸਵਰਗ ਹੋਵੇ, ਸਵਰਗ 'ਚ ਮੈਂ ਰਹਿੰਦਾ ਹੋਵਾਂ, ਪਰ ਮੈਂ ਗੰਦ ਪਾਵਾਂ ਹੋਵਾਂ। ਇਹ ਸਾਡਾ ਜਿਹੜਾ ਕਰੋਨਾ ਵਾਇਰਸ ਦੀ ਜਿਹੜੀ ਨਾਮਰਾਦ ਬਿਮਾਰੀ ਦੁਨੀਆ ਨੂੰ ਚਿੰਬੜੀ ਆ, ਉਹਦੇ 'ਚ ਸਰਕਾਰਾਂ ਦੇ ਨਾਲ ਆਪਣਾ ਫਰਜ਼ ਜਿਹੜਾ ਬਣਦਾ ਹੈ, ਉਸ ਫਰਜ਼ ਤੋਂ ਅਸੀਂ ਅਵੇਸਲੇ ਹੋ ਗਿਆ। ਸਰਕਾਰਾਂ ਦੀਆਂ ਤਾਂ ਅਪਡੇਟਸ ਤੁਹਾਨੂੰ ਲਗਾਤਾਰ ਆਉਂਦੀਆਂ ਨੇ। ਬਿਲਕੁਲ, ਬਹੁਤ ਸਾਰੇ ਟੀਵੀ ਪ੍ਰੋਗਰਾਮਾਂ ਰਾਹੀਂ, ਅਖਬਾਰਾਂ ਰਾਹੀਂ ਜਾਂ ਹੋਰ ਪਬਲੀਕੇਸ਼ਨ ਰਾਹੀਂ ਆਪਣੇ ਤੱਕ ਉਹ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਬਹੁਤ ਸਾਰੀਆਂ ਆਪਾਂ ਨੂੰ ਪਤਾ ਕਿ ਦੁਨੀਆ ਦੇ ਵਿੱਚ ਇਹਦੀਆਂ ਰਿਸਰਚ ਵੀ ਚੱਲ ਰਹੀਆਂ ਨੇ। ਨਾਲ ਜਿੱਥੇ ਸਾਡਾ ਫਰਜ਼ ਹੁੰਦਾ ਕਿ ਅਸੀਂ ਆਪਣਾ ਰੋਲ ਨਿਭਾਈਏ, ਉਹ ਆਪਾਂ ਦੇਖ ਰਹੇ ਹਾਂ ਕਿ ਪਬਲਿਕ ਪਲੇਸ ਜਿੱਥੇ ਵੀ ਜਦੋਂ ਕਰੋਨਾ ਸ਼ੁਰੂ ਹੋਇਆ ਸੀ ਤਾਂ ਲੋਕ ਬੜੇ ਡਰੇ ਹੋਏ ਸੀ। ਹੁਣ ਚਾਹੇ ਪਾਰਕ ਹੋਣ, ਚਾਹੇ ਹੋਮ ਪਬਲਿਕ ਪਲੇਸ ਹੋਣ, ਲੋਕਾਂ ਨੇ ਇਸ ਦੇ ਪ੍ਰਤੀ ਵੇਸਲਾਪਣ ਜਿਹੜਾ ਸ਼ੁਰੂ ਕੀਤਾ ਹੈ ਉਹ ਬੜਾ ਘਾਤਕ ਸਿੱਧ ਹੋ ਰਿਹਾ। ਜਿਵੇਂ ਹੁਣੇ ਤੁਸੀਂ ਚਰਚਾ ਕੀਤੀ ਹੈ ਨਾ ਕਿ ਬ੍ਰਿਟਿਸ਼ ਕੋਲੰਬੀਆ ਵਰਗੀ ਸਟੇਟ ਜਿਹੜੀ ਬੜੀ ਸਾਫ਼ ਸੁਥਰੀ ਔਰ ਬੜੀ ਡਿਸਿਪਲਿਨ ਤੌਰ ਤੇ ਇਸ ਨੂੰ ਕਿਹਾ ਗਿਆ, ਸਰਾਹਿਆ ਗਿਆ,
ਪਰ ਹੁਣ ਇੱਕ ਦਿਨ ਦੇ ਵਿੱਚ 50 ਕੇਸ ਆਉਣੇ, ਇੱਕ ਥਾਂ ਤੇ ਬ੍ਰੇਕ ਹੋ ਜਾਣਾ, ਇਹ ਚਿੰਤਾ ਦਾ ਵਿਸ਼ਾ ਹੈ। ਜੇਕਰ ਆਪਾਂ ਵੱਡੇ ਕੈਨਵਸ ਤੇ ਦੇਖਦੇ ਹਾਂ ਤਾਂ ਉਸ ਮਾਮਲੇ 'ਚ ਤੁਹਾਨੂੰ ਪਤਾ ਕਿ ਅਮਰੀਕਾ ਇਸ ਵੇਲੇ ਲੀਡ ਕਰ ਰਿਹਾ ਹੈ। 47 ਲੱਖ ਬੰਦਾ ਮੇਰੇ ਖਿਆਲ ਨਾਲ ਉੱਥੇ ਹੋ ਚੁੱਕਿਆ, ਔਰ ਮੌਤਾਂ ਦੀ ਗਿਣਤੀ ਵੀ ਲਗਾਤਾਰ ਉੱਥੇ ਵੱਧ ਰਹੀ ਹੈ। ਹਾਲਾਂਕਿ ਡਾਕਟਰ ਫਿਊਚੀ ਨੇ ਪ੍ਰੈਸ ਕਾਨਫਰੰਸ ਕੀਤੀ ਆ ਕੱਲ, ਉਹਨਾਂ ਨੇ ਕਿਹਾ ਕਿ ਅਸੀਂ ਇਸ ਨੂੰ ਵੱਡੇ ਲੈਵਲ ਤੇ ਇਸ ਦਾ ਟੈਸਟ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਵੀ ਹੋਪ ਸੋ ਜਿਹੜਾ ਨਵਾਂ ਸਾਲ ਚੜ੍ਹਨਾ ਹੈ ਉਸ ਦੇ ਵਿੱਚ ਅਸੀਂ ਇਸ ਦੀ ਡਿਸਕਵਰੀ ਕਰ ਲਈਏ ਜੀ। ਇਸ ਤੋਂ ਇਲਾਵਾ ਵੀ ਰਸ਼ੀਆ ਵੀ ਕਹਿ ਰਿਹਾ ਹੈ, ਰਸ਼ੀਆ ਕਹਿੰਦਾ ਕਿ ਅਸੀਂ ਅਗਸਤ ਦੇ ਵਿੱਚ ਇਹ ਦਵਾਈ ਲੈ ਆਉਣੀ ਆ ਜੀ, ਇਸ ਦਾ ਸ਼ੁਰੂ ਕਰ ਦੇਣਾ ਹੈ। ਪਰ ਇਹ ਗੱਲਾਂ ਨੂੰ ਆਪਾਂ ਸੱਚ ਨਹੀਂ ਮੰਨ ਸਕਦੇ, ਕਿਉਂਕਿ ਇਹ ਬੰਦਿਆਂ ਦੇ ਲੱਗਣੀ ਹੈ, ਨਾ ਕਿ ਕੋਈ ਸੀਮੈਂਟ ਦੀ ਦੀਵਾਰ ਖੜੀ ਕਰਨੀ ਹੈ ਜਾਂ ਕੋਈ ਮਟੀਰੀਅਲ ਬਣਾਉਣਾ। ਇਸ ਕਰਕੇ ਤੇ ਸਾਈਡ ਇਫੈਕਟ ਬਹੁਤ ਹੋ ਸਕਦੇ ਆ ਜਦੋਂ ਨਵਾਂ ਵਾਇਰਸ ਨੂੰ ਆਪਾਂ ਕੰਟਰੋਲ ਕਰਨ ਵਾਸਤੇ ਬਣਾਉਣਾ। ਉਹ ਕਿਤੇ ਅਨਗਾਈਡਡ ਮਿਸਾਈਲ ਨਾ ਹੋ ਜੇ, ਚਲਾਇਆ ਕਿਤੇ ਚੰਗੇ ਵਾਸਤੇ ਜਾਵੇ ਔਰ ਉਸ ਤੇ ਡਿਜ਼ਾਸਟਰ ਰਿਜ਼ਲਟ ਆ ਜਾਣ। ਸੋ ਉਸ ਦੇ ਚੱਲਦਿਆਂ ਬਹੁਤ ਸਾਰੇ ਮੁਲਕ ਦਾਅਵੇ ਤੇ ਵਾਅਦੇ ਤੈਅ ਕਰਦੇ ਆ, ਪਰ ਮੈਡੋਰਨਾ ਨੇ ਵੀ ਕਿਹਾ, ਜਿਹੜੀ ਅਮਰੀਕਾ ਦੀ ਜਿਹੜੀ ਸੰਸਥਾ ਹੈ, ਕਿ ਅਸੀਂ ਲੱਗੇ ਇਸ ਗੱਲ ਤੇ ਹੋਇਆ ਕਿ ਇਹਨੂੰ ਅਸੀਂ ਕੰਟਰੋਲ ਕਰ ਲਾਂਗੇ। ਹੁਣ ਜੇ ਆਪਾਂ ਘੁੰਮ ਕੇ ਆਪਣਾ ਪਿਛੋਕੜ ਆਪਣੇ ਮੁਲਕ ਭਾਰਤ ਦੀ ਗੱਲ ਕਰਦੇ ਆ ਤਾਂ ਭਾਰਤ ਦੇ ਵਿੱਚ ਜਿਸ ਤਰੀਕੇ ਨਾਲ ਇਸ ਨੇ ਸਪੀਡ ਫੜੀ ਹੈ ਜੀ, ਪਹਿਲਾਂ ਲੱਗਦਾ ਹੁੰਦਾ ਸੀ ਕਿ ਲੋਕਡਾਊਨ ਹੋ ਗਿਆ ਭਾਰਤ ਦੇ ਵਿੱਚ, ਤਾਂ ਜਦ 500,000 ਕੇਸ ਹੋਇਆ ਉੱਥੇ ਵਾਲੇ ਕੱਛਾਂ ਵਜਾਇਆ ਕਰਦੇ ਸੀ, ਓਕੇ ਜੀ ਬਾਹਰਲੇ ਮੁਲਕਾਂ ਨੂੰ ਤਾਂ ਅਕਲ ਨਹੀਂ, ਇਹ ਤਾਂ ਜੀ ਯੂਰਪੀਅਨ ਲੋਕਾਂ ਨੇ ਪਤਾ ਨਹੀਂ ਕੀਤਾ ਜੀ, ਆਹ ਦੇਖੋ ਅਸੀਂ ਥਾਲੀਆਂ ਦੇ ਤਰਸ਼ੂਲ ਬਣਾ ਲਏ ਸੀ, ਚਮਚਿਆਂ ਦੇ ਅਸੀਂ ਮੁੜ ਕੇ ਕਰੋਨਾ ਨੇੜੇ ਨਹੀਂ ਆਉਣ ਦਿੱਤਾ। ਉਹ ਸਾਰੇ ਦੇ ਸਾਰੇ ਚਮਚੇ ਵਿੰਗੇ ਹੋ ਗਏ ਜੀ, ਸਾਰੀਆਂ ਥਾਲੀਆਂ ਧਰੀਆਂ ਰਹਿ ਗਈਆਂ, ਸਾਰੀਆਂ ਜਿਹੜੀਆਂ ਗਊ ਮਾਤਾ ਕਹਿੰਦੇ ਸੀ ਵੀ ਬਾਰਡਰਾਂ ਤੇ ਬੰਨੀਆਂ ਹੋਈਆਂ ਨੇ, ਉਹ ਸਾਰੀਆਂ ਗੱਲਾਂ ਝੂਠੀਆਂ ਹੋ ਗਈਆਂ ਜੀ। ਅੱਜ ਦਾ ਜਿਹੜਾ ਲੇਟੈਸਟ ਅਰਸ਼ ਜੀ, ਮੇਰੇ ਖਿਆਲ ਨਾਲ 57,000 ਕੇਸ ਇੱਕ ਦਿਨ ਚ ਆਇਆ ਜੀ। 57,000 ਕੇਸ ਜਦੋਂ ਇੱਕ ਦਿਨ ਦੇ ਵਿੱਚ ਆਉਣਾ ਬਹੁਤ ਵੱਡੀ ਗੱਲ, ਤਾਂ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ, ਪਰ ਜਿਸ ਤਰੀਕੇ ਨਾਲ ਗਤੀ ਵਧ ਰਹੀ ਹੈ, ਕਿਤੇ ਆਪਾਂ ਇੱਥੇ ਬੈਠ ਕੇ ਇਹ ਨਾ ਕਹੀਏ ਕਿ ਲੱਖ ਜਾਂ ਲੱਖ ਤੋਂ ਉੱਪਰ ਵੀ ਇੱਕ ਦਿਨ 'ਚ ਹੋ ਜੇ। ਉਹ ਵੀ ਪੋਸੀਬਲ ਹੋ ਸਕਦਾ ਜੇਕਰ ਸਾਡੇ ਉੱਥੇ ਜਾਂਚ ਪੜਤਾਲ ਉਸ ਲੈਵਲ ਤੇ ਲੈ ਕੇ ਜਾਈ ਜਾਵੇ ਜਿਹੜੀ ਅਮਰੀਕਾ ਜਿੱਥੇ ਲੈ ਕੇ ਗਿਆ ਹੋਇਆ, ਕਿਉਂਕਿ ਸਾਡੇ ਬੜੀ ਸੀਮਤ ਉੱਥੇ ਜਾਂਚ ਹੋ ਰਹੀ ਹੈ, ਔਰ ਜਿੰਨੀ ਜਾਂਚ ਹੋ ਰਹੀ ਹੈ ਉਹ 'ਚ ਬਹੁਤ ਸਾਰੇ ਕੇਸ ਆ ਰਹੇ ਨੇ ਜੀ। ਇਹ ਬੜਾ ਚਿੰਤਾ ਦਾ ਵਿਸ਼ਾ ਹੈ। ਇਸ ਮਾਮਲੇ 'ਚ ਮੈਨੂੰ ਇਹ ਲੱਗਦਾ ਕਿ ਭਾਰਤ ਸਰਕਾਰ ਨੂੰ ਬਜਾਏ ਕਿ ਆਪਾਂ ਨੇ ਫਲਾਣੀਆਂ ਸਰਕਾਰਾਂ ਕਿਵੇਂ ਤੋੜਨੀਆਂ ਨੇ ਜੀ, ਜਾਂ ਫਿਰ ਰਾਫੇਲ ਦੇ ਮਾਮਲੇ 'ਚ ਆਪਾਂ ਨੇ ਬਹੁਤ ਵੱਡਾ ਡਰਾਮਾ ਕਿਉਂ ਕਰਨਾ, ਉਹਨਾਂ ਚੀਜ਼ਾਂ ਨੂੰ ਛੱਡ ਕੇ ਕਰੋਨਾ ਦੇ ਮਾਮਲੇ 'ਚ ਸਾਡੀ ਸਰਕਾਰ ਮੈਨੂੰ ਉਨੀ ਸੰਜੀਦ ਲੱਗਦੀ ਨਹੀਂ ਜਿੰਨਾ ਹੋਣਾ ਚਾਹੀਦਾ। ਆ ਹੁਣ ਸਾਡੇ ਪੰਜਾਬ ਦੇ ਵਿੱਚ ਚੰਡੀਗੜ੍ਹ ਦਾ ਬੜਾ ਮਸ਼ਹੂਰ PGI ਹਸਪੀਟਲ ਹੈ, ਇੱਕ ਉੱਥੋਂ ਦਾ ਸਰਕਾਰੀ ਹਸਪੀਟਲ ਹੈ, ਉਹਨੂੰ 20 ਜਿਹੜੇ ਆਪਣੇ ਸਾਹ ਲੈਣ ਵਾਲੇ ਵੈਂਟੀਲੇਟਰ ਭੇਜੇ ਗਏ ਸੀ, ਔਰ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਜੀ, 20 ਦੇ 20 ਨਹੀਂ ਚੱਲਦੇ, ਉਹਨਾਂ 'ਚ ਸਾਹ ਵਾਲਾ ਨਹੀਂ ਚੱਲਦਾ। ਔਰ ਜਿੱਥੋਂ ਇਹ ਬਣੇ ਆਪਾਂ ਜੇ ਤਾਂ ਕਹਿੰਦੇ ਵੀ ਪੰਜਾਬ ਸਰਕਾਰ ਨੇ ਬਣਾਏ ਨੇ, ਇੱਥੇ ਤੱਕ ਘਪਲਾ ਹੋ ਗਿਆ ਹੋਣਾ। ਹੁਣ ਅਸੀਂ BJP ਦਾ ਪ੍ਰਧਾਨ ਮੰਤਰੀ ਤੋਂ ਲੈ ਕੇ ਸਟੇਟਾਂ ਦੇ ਮੁੱਖ ਮੰਤਰੀ ਇਸ ਗੱਲ ਦੀ ਕੰਘੀ ਲਾਈ ਫਿਰਦੇ ਆ ਕਿ ਅਸੀਂ ਬੜਾ ਸਾਫ਼ ਸੁਥਰਾ ਪ੍ਰਸ਼ਾਸਨ ਦਿੰਦੇ ਆ। ਹੁਣ ਉਹ ਜਿਹੜੇ ਵੈਂਟੀਲੇਟਰ ਬਣੇ, ਉਹ ਬਣਿਆ UP 'ਚ ਹੈ, UP ਦੇ ਵਿੱਚ ਤਾਂ ਹੁਣ ਯੋਗੀ ਆਦਿੱਤਿਆਨਾਥ ਦੀ ਸਰਕਾਰ ਹੈ। ਫਿਰ ਉੱਥੇ ਕੀ ਕਾਰਨ ਹੋ ਗਿਆ ਕਿ ਇਸ ਤਰੀਕੇ ਨਾਲ ਉੱਥੇ ਘਪਲੇਬਾਜ਼ੀ ਚੱਲ ਰਹੀ ਹੈ, ਗੱਲਾਂ ਅਸੀਂ ਹੋਰ ਕਰਦੇ ਹਾਂ ਤੇ ਪਰ ਨਤੀਜੇ ਅਸੀਂ ਉਹ ਚੀਜ਼ਾਂ ਨਹੀਂ ਦੇ ਸਕੇ। ਇਹ ਲੋੜ ਹੈ ਕਿ ਇਹਨੂੰ ਡੀਪਲੀ ਸਮਝ ਕੇ ਇਸ ਬਿਮਾਰੀ ਦੇ ਪ੍ਰਤੀ ਅਸੀਂ ਸੰਜੀਦ ਹੋਈਏ ਜੀ, ਸਾਡੀਆਂ ਸਰਕਾਰਾਂ ਸੰਜੀਦ ਹੋਣ, ਤਾਂ ਜੋ ਇਹਦੇ ਵਿੱਚ ਆਪਾਂ ਕਿਤੇ ਨਾ ਕਿਤੇ ਜਿਹੜੀ ਜੇਕਰ ਲੋਕਾਂ ਦੇ ਘਰ 'ਚ ਲੱਗੀ ਅੱਗ ਹੈ ਉਹਨੂੰ ਦੇਖ ਕੇ ਆਪਾਂ ਖੁਸ਼ ਰਹੀਏ, ਸਾਡੇ ਘਰ ਵੀ ਫੂਸਦੇ ਨੇ ਜੀ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਸਮਝਣਾ ਪਊਗਾ, ਸੰਜੀਦਗੀ ਦੇ ਨਾਲ ਸਰਕਾਰਾਂ ਨੂੰ ਤੇ ਸਾਨੂੰ ਕੰਮ ਕਰਨਾ ਪਊਗਾ। ਬਿਲਕੁਲ, ਤੇ ਜਿਵੇਂ ਤੁਸੀਂ ਦੱਸਿਆ ਹੈਗਾ ਹੈ ਕਿ ਮੋਦੀ ਸਰਕਾਰ ਨੇ ਜਦੋਂ ਕੇਸ ਘੱਟ ਸੀਗੇ ਉਦੋਂ ਤਾਂ ਲੋਕਾਂ ਨੂੰ ਕਹਿੰਦੇ ਜੀ ਥਾਲੀਆਂ ਵਜਾਓ ਤੁਸੀਂ, ਤੇ ਪਰ ਹੁਣ ਲੋਕ ਕਹਿ ਰਹੇ ਆ ਜਿਵੇਂ ਕੇਸ ਵੱਧ ਰਹੇ ਆ ਕੀ ਅਸੀਂ ਹੁਣ DJ ਲਾ ਲਈਏ ਛੱਤ ਦੇ ਉੱਤੇ ਚੜ੍ਹ ਕੇ। ਬਿਲਕੁਲ, ਜੇ ਤੁਸੀਂ ਛੋਟੇ ਕੇਸ ਸੀ ਜਦੋਂ ਉਦੋਂ ਲੋਕਾਂ ਨੂੰ ਸੰਬੋਧਨ ਕਰਦੇ ਸੀ ਆ ਕੇ, ਹੁਣ ਜਦੋਂ ਵੱਧ ਰਹੇ ਆ ਹੁਣ ਕੁਝ ਵੀ ਨਹੀਂ ਕਰ ਰਹੇ। ਉਹੀ ਤਾਂ ਗੱਲ ਹੈ ਨਾ, ਉਹੀ ਗੱਲ ਹੈ ਵੀ ਪਹਿਲਾਂ ਤਾਂ ਅਸੀਂ ਆਪ ਆ ਕੇ ਵੀ ਇਹੀ ਪਤਾ ਲੱਗਣਾ ਵੀ ਹਾਂਜੀ ਪ੍ਰਧਾਨ ਮੰਤਰੀ ਜੀ ਆਉਣਗੇ ਜੀ, ਕੈਮਰੇ ਪਹਿਲਾਂ ਆਨ ਹੋ ਜਾਣੇ, ਸਾਰੀਆਂ ਚੀਜ਼ਾਂ ਬਾਕੀ ਚੀਜ਼ਾਂ ਬੰਦ ਜੀ, ਵੀ ਪਤਾ ਨਹੀਂ ਹੁਣ ਇਹਨਾਂ ਨੇ ਕੀ ਐਲਾਨ ਕਰ ਦੇਣਾ ਹੈ। ਹੁਣ ਪ੍ਰਧਾਨ ਮੰਤਰੀ ਜੀ ਇਸ ਗੱਲ ਤੇ ਚੁੱਪ ਨੇ। ਸੋ ਇਹ ਬੜਾ ਗੰਭੀਰ ਮਾਮਲਾ, ਇਹ ਜਿੱਥੇ ਦੁਨੀਆ ਵਾਸਤੇ ਗੰਭੀਰ ਹੈ ਉੱਥੇ ਸਾਡੇ ਮੁਲਕਾਂ ਵਾਸਤੇ ਔਰ ਸਾਡੇ ਨਿੱਜੀ ਰੂਪ 'ਚ
ਪਰਿਵਾਰਾਂ ਵਾਸਤੇ ਵੀ ਗੰਭੀਰ ਨੇ। ਸਾਡੇ ਮੁਲਕ ਦੀ ਸਰਕਾਰ, ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਸਾਡੀ ਵੀ ਕਦੇ ਕਿਸੇ ਹੋਰ ਟਰੈਕ ਤੇ ਚੱਲ ਜਾਂਦੀ ਹੈ, ਕਿਸੇ ਹੋਰ ਟਰੈਕ ਦੇ। ਸਾਡੇ ਪ੍ਰਧਾਨ ਮੰਤਰੀ ਹੁਣ ਵੀ ਚੈਰਿਟੀ ਦੇ ਨਾਲ ਜੂਝ ਰਹੇ ਨੇ, ਹੁਣ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ, ਆਰਥਿਕ ਕਮਿਸ਼ਨਰ ਸਾਹਮਣੇ ਪੇਸ਼ ਹੋ ਰਹੇ ਨੇ। ਕਰੋਨਾ ਵਾਇਰਸ ਨੂੰ ਲੈ ਕੇ ਫੇਰ ਹੀ ਕੁਝ ਕਰਨਗੇ ਜੇ ਉਹਨਾਂ ਚੀਜ਼ਾਂ ਚੋਂ ਨਿਕਲਣਗੇ। ਪਰ ਹੁਣ ਇੱਕ ਐਪ ਜਿਹੜੀ ਆ ਉਹ ਦੇ ਦਿੱਤੀ ਗਈ ਆ ਸਾਨੂੰ ਕੈਨੇਡਾ ਦੇ ਵਿੱਚ ਕਿ ਤੁਸੀਂ ਇਹ ਐਪ ਡਾਊਨਲੋਡ ਕਰੋ, ਚਾਹੇ ਐਂਡਰੋਇਡ ਆ ਤੁਹਾਡੇ ਕੋਲ, ਚਾਹੇ ਆਈਫੋਨ ਹੈਗਾ, ਐਪਲ ਹੈਗਾ ਆ, ਤਾਂ ਤੁਸੀਂ ਉਹਦੇ ਉੱਤੇ ਡਾਊਨਲੋਡ ਕਰ ਸਕਦੇ ਹੋ। ਕੋਵਿਡ ਅਲਰਟ ਐਪ ਇਹਨੂੰ ਨਾਮ ਦਿੱਤਾ ਗਿਆ, ਪਰ ਹਜੇ ਇਹ ਸਿਰਫ ਓਨਟਾਰੀਓ ਦੇ ਵਿੱਚ ਹੈ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਵੀ ਐਲਾਨ ਕਰ ਦਿੱਤਾ, ਪ੍ਰਧਾਨ ਮੰਤਰੀ ਨੇ ਵੀ ਐਲਾਨ ਕਰ ਦਿੱਤਾ, ਪ੍ਰਧਾਨ ਮੰਤਰੀ ਨੇ ਖੁਦ ਵੀ ਕਹਿ ਦਿੱਤਾ ਕਿ ਮੈਂ ਡਾਊਨਲੋਡ ਕਰ ਲਈ ਹੈ ਤੇ ਮੈਂ ਤੁਹਾਨੂੰ ਵੀ ਕਹਿਣਾ ਤੁਸੀਂ ਡਾਊਨਲੋਡ ਕਰੋ। ਸੋ ਉਹਦੇ ਵਿੱਚ ਇਦਾਂ ਹੈ ਕਿ ਤੁਹਾਡੇ ਡੇਟੇ ਨੂੰ ਕੋਈ ਵੀ ਨੁਕਸਾਨ ਨਹੀਂ ਹੋਊਗਾ, ਡੇਟਾ ਤੁਹਾਡਾ ਸਿਕਿਉਰ ਰਹੂਗਾ, ਤੁਹਾਡੀ ਇਨਫੋਰਮੇਸ਼ਨ ਨਹੀਂ ਉਹਦੇ ਨਾਲ ਕੋਈ ਵੀ ਇਫੈਕਟ ਹੋਊਗੀ। 14 ਦਿਨ ਦੇ ਬਾਅਦ ਉਹ ਜਿਹੜਾ ਡੇਟਾ ਹੈਗਾ 2 ਹਫ਼ਤਿਆਂ ਦੇ ਬਾਅਦ ਉਹ ਰਿਮੂਵ ਹੋ ਜਾਊਗਾ ਤੇ ਨਵਾਂ ਡੇਟਾ ਤੁਹਾਨੂੰ ਐਂਟਰ ਹੋ ਜਾਊਗਾ। ਉਹਦੇ 'ਚ ਕੁਝ ਨਹੀਂ ਕਰਨ ਦੀ ਲੋੜ, ਤੁਹਾਨੂੰ ਸਿਰਫ ਡਾਊਨਲੋਡ ਕਰਨਾ ਡੇਟਾ। ਪਰ ਜੇ ਤੁਸੀਂ ਕਰੋਨਾ ਪੋਜ਼ਿਟਿਵ ਆ ਜਾਂਦੇ ਹੋ ਤਾਂ ਤੁਹਾਨੂੰ ਇੱਕ ਕੋਡ ਜਾਰੀ ਕੀਤਾ ਜਾਊਗਾ। ਓਕੇ, ਸੋ ਉਹ ਕੋਡ ਜਿਹੜਾ ਤੁਸੀਂ ਡਾਊਨਲੋਡ ਕਰਕੇ ਜਾਂ ਤੁਸੀਂ ਆਪਣੇ ਉਸ ਐਪ ਦੇ ਵਿੱਚ ਪਾਉਣਾ ਹੈ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਜੇ ਬਾਹਰ ਵੀ ਜਾਂਦੇ ਆ ਜਾਂ ਕਿਸੇ ਦੇ ਸਾਹਮਣੇ ਜਾਂਦੇ ਆ ਤਾਂ ਜੇ ਤੁਹਾਡੇ ਨਾਲ ਕੋਈ ਸੰਪਰਕ ਦੇ ਵਿੱਚ ਆਉਂਦਾ ਉਹਦੇ ਕੋਲ ਜਿਹਦੇ ਕੋਲ ਐਪ ਹੈਗੀ ਹੈ, ਸੋ ਉਹਦੀ ਐਪ ਦੇ ਉੱਤੇ ਨੋਟੀਫਿਕੇਸ਼ਨ ਚਲੀ ਜਾਊਗੀ ਕਿ ਤੁਹਾਡੇ ਨੇੜੇ ਤੇੜੇ ਕੋਈ ਉਹ ਇਨਸਾਨ ਹੈ ਜਿਹਨੂੰ ਕੋਵਿਡ ਪੋਜ਼ਿਟਿਵ ਹੈ ਜੋ। ਸੋ ਕਿਉਂਕਿ ਕਈ ਵਾਰ ਹੁਣ ਅਸੀਂ ਕੋਵਿਡ ਪੋਜ਼ਿਟਿਵ ਹੁੰਨੇ ਆ, ਅਸੀਂ ਬਾਹਰ ਪਬਲਿਕ ਪਲੇਸਿਸ ਤੇ ਚਲੇ ਜਾਂਦੇ ਹਾਂ, ਸੋ ਉਹ ਤੁਹਾਨੂੰ ਪਤਾ ਲੱਗ ਜੂਗਾ ਜਾਂ ਇਹ ਪਤਾ ਲੱਗ ਜੂ ਕਿ ਇਹ ਕਦੇ ਪੋਜ਼ਿਟਿਵ ਆਇਆ ਸੀ ਬੰਦਾ। ਸੋ ਇਦਾਂ ਆ ਕਿ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਆ। ਪਰ ਇਹ ਸਿਰਫ ਇੱਕ ਪ੍ਰੋਵਿੰਸ ਦੇ ਵਿੱਚ ਹੋਇਆ। ਹੁਣ ਕੈਨੇਡਾ ਸਰਕਾਰ ਹੋਰ ਪ੍ਰੋਵਿੰਸਸ ਦੇ ਨਾਲ ਰਲ ਕੇ ਕੰਮ ਕਰ ਰਹੀ ਹੈਗੀ ਹੈ ਤਾਂ ਕਿ ਟ੍ਰੇਸ ਕੀਤਾ ਜਾਵੇ ਕਿ ਕੌਣ ਕਰੋਨਾ ਵਾਇਰਸ ਨਾਲ ਸੰਕਰਮਿਤ ਹੈ। ਬਹੁਤ ਸੋਹਣੀ ਗੱਲ ਤੁਸੀਂ ਇਹਦਾ ਸਾਰਾ ਜਿਹੜਾ ਤੁਸੀਂ ਥੋੜੇ ਤਫਸੀਲ ਦੇ ਵਿੱਚ ਦੱਸਿਆ ਜੀ, ਇਹ ਚੰਗਾ ਸਟੈਪ ਹੈ। ਔਰ ਖਾਸ ਤੌਰ ਤੇ ਜੇ ਕੈਨੇਡਾ ਦੀ ਆਪਾਂ ਗੱਲ ਕਰਦੇ ਹਾਂ, ਇੱਥੇ ਤਾਂ ਆਬਾਦੀ ਉਹ ਪੰਜਾਬ ਜਿੰਨੀ ਕੁ ਆਬਾਦੀ ਹੈ, ਬੜੇ ਦੂਰ ਦੂਰ ਥਾਂ ਤੇ ਲੋਕ ਬੈਠੇ ਆ, ਇੱਥੇ ਤਾਂ ਕੰਟਰੋਲ ਕਰਨਾ ਇਸ ਗੱਲ ਦਾ ਸੰਭਵ ਹੋਊਗਾ ਜੀ। ਹਾਂ, ਇੰਡੀਆ ਦੇ ਵਿੱਚ ਜੇਕਰ ਇਹ ਐਪ ਲਾਂਚ ਕੀਤਾ ਜਾਂਦਾ ਵਾ ਜਿੱਥੇ ਤੁਹਾਨੂੰ ਪਤਾ ਕਿ 140 ਕਰੋੜ ਦੇ ਕਰੀਬ ਆਬਾਦੀ ਹੈ, ਪਹਿਲਾਂ ਤਾਂ ਉੱਥੇ ਸ਼ੱਕਾ ਇਸ ਗੱਲ ਦਾ ਖੜਾ ਹੋਣਾ ਕਿ ਇਹ ਮੋਬਾਈਲ ਨੇ ਜਿਹੜੇ ਸਮਾਰਟਫੋਨ ਨੇ ਕਿੰਨੇ ਕੁ ਲੋਕਾਂ ਦੇ ਕੋਲ ਹੈਗੇ ਆ ਜੀ। ਔਰ ਸਮਾਰਟਫੋਨ ਤੋਂ ਬਿਨਾਂ ਫਿਰ ਇਸ ਦੇ ਵਿੱਚ ਜਿਹੜਾ ਡਾਟਾ ਉੱਥੇ ਪਾਇਆ ਜਾਂਦਾ ਉਹ ਕਿੰਨਾ ਕੁ ਉਹ ਸਹੀ ਪਾਉਂਦੇ ਆ। ਸਵਾਲ ਮੈਂ ਨਾਲ ਇਹ ਗੱਲ ਸੋਚ ਰਿਹਾ ਸੀ ਜਦ ਤੁਸੀਂ ਐਕਸਪਲੇਨ ਕਰ ਰਹੇ ਸੀ ਨਾ, ਮੈਂ ਸੋਚ ਰਿਹਾ ਸੀਗਾ ਕਿ ਇੱਥੇ ਤਾਂ ਇਹ ਸਭ ਚਲਾ ਲੈਣਗੇ ਕਿ ਉੱਥੇ ਕਿਵੇਂ ਚੱਲੂਗਾ। ਉੱਥੇ ਤਾਂ ਲੋਕਾਂ ਨੂੰ ਆਪਣੇ ਤੌਰ ਤੇ ਹੀ ਇਸ ਸਮਾਰਟ ਚੀਜ਼ ਤੋਂ ਪਿੱਛੇ ਜਾ ਕੇ ਆਪਣਾ ਨਿੱਜੀ ਰੂਪ 'ਚ ਆਪਣਾ ਰੋਲ ਨਿਭਾਉਣਾ ਪਊਗਾ, ਤਾਂ ਜਾ ਕੇ ਇੰਡੀਆ ਦੇ ਵਿੱਚ ਇਹ ਸਾਰਾ ਕੁਝ ਕੰਟਰੋਲ ਹੋ ਸਕਦਾ ਹੈ। ਕਿਉਂਕਿ ਜਿਸ ਤਰੀਕੇ ਨਾਲ ਉੱਥੇ ਬੜਾ ਤੇਜ਼ੀ ਦੇ ਨਾਲ ਮੌਤਾਂ ਹੋ ਰਹੀਆਂ ਨੇ, ਜਿਸ ਤਰੀਕੇ ਨਾਲ ਲਗਾਤਾਰ ਇਹ ਪ੍ਰਕੋਪ ਵੱਧਦਾ ਜਾ ਰਿਹਾ ਹੈ, ਲੱਖ 2 ਦਿਨਾਂ ਦੇ ਵਿੱਚ ਵੱਧਦਾ ਜਾ ਰਿਹਾ ਹੈ, ਸੋ ਬੜਾ ਔਖਾ ਹੈ। ਸੋ ਉੱਥੇ ਆਪਾਂ ਨੂੰ ਸਮਝਣਾ ਪਊਗਾ ਜੇ ਹਵਾਏ ਰਹੀ ਖਬਰਾਂ ਤੇ ਤਾਂ ਕਿ ਹਰ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ, ਇਹ ਸਾਨੂੰ ਸਮਝਣਾ ਪੈਣਾ ਇਸ ਗੱਲ ਹੈ ਨਾ ਕਿ ਇਹ ਸਾਨੂੰ ਆਪਣੀ ਨਿੱਜਤਾ ਦਿਖਾਉਣੀ ਪੈਣੀ ਹੈ। ਇਹ ਤੁਹਾਡੇ ਵਾਲਾ ਇੱਥੇ ਵਾਲਾ ਕਨਸੈਪਟ ਜਿਹੜਾ ਤੁਹਾਡੇ ਮੁਲਕ ਦਾ ਉਹ ਤਾਂ ਬੜਾ ਸੋਹਣਾ ਲੱਗਦਾ, ਪਰ ਮੈਂ ਉੱਥੇ ਦੀ ਗੱਲ ਸੋਚਦਾ ਜੀ। ਬਿਲਕੁਲ, ਬਹੁਤ ਸਾਰੇ ਚੀਜ਼ਾਂ ਦੇ ਆਸਪੈਕਟ ਜਿਹੜੇ ਸੋਚਣੇ ਪੈਂਦੇ ਨੇ। ਹੁਣ ਕਰੋਨਾ ਵਾਇਰਸ ਦੇ ਨਾਲ ਅਸੀਂ ਲੜ ਰਹੇ ਹੈਗੇ ਆ। ਇੱਕ ਹੋਰ ਨਵੀਂ ਚੀਜ਼ ਕੈਨੇਡਾ ਦੇ ਵਿੱਚ ਸਾਹਮਣੇ ਆ ਗਈ ਹੈਗੀ ਹੈ। ਇੱਥੇ ਸਾਡੇ ਵਿਊਅਰਸ ਨੂੰ ਵੀ ਅਸੀਂ ਦੱਸ ਦਈਏ ਕਿ ਜੇ ਤੁਸੀਂ ਤੁਹਾਡੇ ਕੋਲ ਰੈੱਡ ਅਨੀਅਨ ਹੈਗੇ ਨੇ ਘਰੇ ਤਾਂ ਤੁਸੀਂ ਉਹਦੇ ਤੇ ਟੈਗ ਜ਼ਰੂਰ ਦੇਖ ਲਓ ਕਿ ਉਹਦੇ ਉੱਤੇ ਜੇ US ਦੇ ਵਿੱਚ ਬਣੇ ਹੈਗੇ ਆ ਉਹ ਜਾਂ US ਤੋਂ ਆਏ ਹੈਗਾ ਉਹ ਪ੍ਰੋਡਕਟ, ਤਾਂ ਉਹਨੂੰ ਯੂਜ਼ ਨਾ ਕਰੋ, ਸਿੱਟ ਦਿਓ। ਜਿੱਥੇ ਉਹ ਰੱਖਿਆ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ। ਹੁਣ ਤੁਸੀਂ ਪੁੱਛੋਗੇ ਕਿਉਂ? ਕਿਉਂਕਿ ਹਰਪ੍ਰੀਤ ਜੀ ਬੈਕਟੀਰੀਆ ਉਹਦੇ ਚੋਂ ਨਿਕਲਿਆ, ਸੈਲਮੋਨੇਲਾ ਉਹਨੂੰ ਕਹਿੰਦੇ ਨੇ, ਇੱਕ ਬੈਕਟੀਰੀਆ, ਉਹਦੇ ਨਾਲ ਤੁਸੀਂ ਬਿਮਾਰ ਹੋ ਜਾਂਦੇ ਹੋ ਤੇ ਮੌਤ ਤੱਕ ਵੀ ਹੋ ਸਕਦੀ ਹੈ। 116 ਜਣੇ ਪੂਰੇ ਕੈਨੇਡਾ ਦੇ ਵਿੱਚ ਇਸ ਨਾਲ ਪ੍ਰਭਾਵਿਤ ਹੋਏ ਨੇ ਤੇ ਉਹ ਕਿਹਾ ਜਾ ਰਿਹਾ ਕਿ ਰੈੱਡ ਅਨੀਅਨ ਦੇ ਵਿੱਚੋਂ ਇਹ ਆਏ ਨੇ ਤੇ ਇਹ ਅਨੀਅਨ ਅਮਰੀਕਾ ਤੋਂ ਆਏ ਨੇ ਤੇ 116 ਜੇ ਕੈਨੇਡਾ ਦੀ ਗੱਲ ਕਰ ਰਹੇ ਹਾਂ ਤਾਂ 400 ਲੋਕ ਅਮਰੀਕਾ ਦੇ ਵਿੱਚ ਵੀ ਇਸ ਬਿਮਾਰੀ ਤੋਂ ਪੀੜਿਤ ਨੇ। ਢਿੱਡ ਦੁਖਣ ਲੱਗ ਜਾਂਦਾ, ਉਹਦੇ ਨਾਲ ਤੁਹਾਨੂੰ ਕੁਝ ਗੁੱਡ ਫੀਲ ਨਹੀਂ ਹੁੰਦਾ ਤੇ ਉਹਦੇ ਨਾਲ ਤੁਸੀਂ ਤੇ ਜੇ ਜ਼ਿਆਦਾ ਵਰਸਟ ਹੋ ਜਾਵੇ ਤਾਂ ਤੁਹਾਡੀ ਮੌਤ ਵੀ ਹੋ ਸਕਦੀ ਹੈ। ਸਾਰੇ ਰੈਸਟੋਰੈਂਟਸ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਇਹਨੂੰ ਪਹਿਲਾਂ ਟੈਗ ਦੇਖੋ, ਜੇ ਤੁਹਾਨੂੰ ਲੱਗਦਾ ਕੈਨੇਡਾ ਦੇ ਵਿੱਚ ਬਣੇ ਆ ਫਿਰ ਠੀਕ ਹੈ, ਉੱਥੋਂ ਆਏ ਆ ਤਾਂ ਠੀਕ ਹੈ, ਤੇ ਜੇ US ਤੋਂ ਆਏ ਆ ਤਾਂ ਤੁਸੀਂ ਇਹਨਾਂ ਨੂੰ ਸਿੱਟ ਦਿਓ ਤੇ ਸਿੱਟ ਕੇ ਸਰਫੇਸ ਕਲੀਨ ਕਰੋ, ਜਿੱਥੇ ਰੱਖੇ ਸੀ ਉਹਨੂੰ ਕਲੀਨ ਕਰੋ। ਜੇ ਤੁਸੀਂ ਕਾਊਂਟਰ ਤੇ ਰੱਖੇ ਸੀ ਆਪਣੇ ਕਾਊਂਟਰਸ ਨੂੰ ਕਲੀਨ ਕਰੋ ਤੇ ਪਰ ਤੁਸੀਂ ਉਹਨੂੰ ਯੂਜ਼ ਨਾ ਕਰੋ। ਹਰ ਕਿਤੇ ਚੇਤਾਵਨੀ ਜਿਹੜੀ ਦੇ ਦਿੱਤੀ ਗਈ ਹੈ। ਇਹ ਵਧੀਆ ਕੀਤਾ ਤੁਸੀਂ ਸਾਡੇ
ਜਿਹੜੇ ਦਰਸ਼ਕ ਨੇ ਉਹਨਾਂ ਨੂੰ ਇਹ ਦੱਸ ਦਿੱਤਾ। ਬੜੀ ਇਨਫੋਰਮੇਸ਼ਨ ਜ਼ਰੂਰੀ ਹੈ ਕਿਉਂਕਿ ਸਾਨੂੰ ਆਮ ਤੌਰ ਤੇ ਅਸੀਂ ਪਿਆਜ਼ਾਂ ਦੇ ਕੱਟੇ ਵਗੈਰਾ ਲੈ ਕੇ ਆਉਂਦੇ ਆ ਤੇ ਉਹ ਕਿਤੇ ਨਾ ਕਿਤੇ ਅੱਗੇ ਸਪਰੈਡ। ਜੀ ਬਿਲਕੁਲ, ਉਹਦੇ ਵਿੱਚ ਵੀ ਸਟੋਰਾਂ ਦੇ ਵਿੱਚ ਵੀ ਕਹਿ ਦਿੱਤਾ ਗਿਆ ਕਿ ਜੇ ਤੁਹਾਡੇ ਸਟੋਰ ਦੇ ਵਿੱਚ ਆਏ ਹੈਗੇ ਆ US ਤੋਂ ਤਾਂ ਤੁਸੀਂ ਉਹਨਾਂ ਨੂੰ ਵਾਪਸ ਭੇਜ ਦਿਓ। ਉਹ ਜਿਹੜੇ ਜਿੱਥੋਂ ਆਏ ਹੈਗੇ ਨੇ, ਜਿਹੜੇ ਫਾਰਮ ਚੋਂ ਆਏ ਨੇ ਉਹਨਾਂ ਨੂੰ ਵਾਪਸ ਕਹਿਣ ਲਈ, ਜਿਹੜੀ ਕੰਪਨੀ ਤੋਂ ਆਏ ਨੇ ਉਹਨਾਂ ਨੂੰ ਵਾਪਸ ਕਰਨ ਦੇ ਲਈ ਕਹਿ ਦਿੱਤਾ ਗਿਆ। ਸੋ ਬਹੁਤ ਕੁਝ ਹੋ ਰਿਹਾ ਤੇ ਨਾਲ ਨਾਲ ਹੁਣ ਜੇ ਅਸੀਂ ਵਾਪਸ ਚੱਲੀਏ ਪੰਜਾਬ ਦੇ ਜਿਹੜੇ ਸਿਆਸੀ ਸਮੀਕਰਨ ਨੇ ਉਹ ਬਦਲ ਰਹੇ ਨੇ, ਕਿਸ ਤਰ੍ਹਾਂ ਬਦਲ ਰਹੇ ਨੇ? ਪੰਜਾਬ ਦੇ ਵਿੱਚ ਕਿਉਂਕਿ 2022 ਨੇੜੇ ਆ ਰਹੀ ਹੈ ਸੋ ਇਸ ਕਰਕੇ ਸੰਭਾਵੀ ਹੈ ਜਿਹੜੇ ਬਹੁਤ ਸਾਰੇ ਲੀਡਰ ਬੜੀ ਦੇਰ ਤੋਂ ਕਈ ਘੁਰਨਿਆਂ 'ਚ ਬੈਠੇ ਸੀ ਜਾਂ ਕਈਆਂ ਨੂੰ ਲਾਲ ਬੱਤੀਆਂ ਦੇ ਸੁਪਨੇ ਆਉਂਦੇ ਸੀ ਜਾਂ ਫਿਰ ਉਹ ਸੋਚਦੇ ਸੀ ਵੀ ਹੁਣ 4 ਸਾਲ ਦਾ ਕਾਂਗਰਸੀਆਂ ਦਾ ਸਮਾਂ ਲੰਘ ਗਿਆ, ਆਪਾਂ ਨੂੰ ਕੁਝ ਕਰਨਾ ਚਾਹੀਦਾ ਜੀ। ਦੂਜੇ ਪਾਸੇ ਇੱਕ ਮਜ਼ਾਕ ਜਿਹਾ ਵੀ ਪੰਜਾਬ 'ਚ ਬਣਿਆ ਹੋਇਆ ਕਿ ਹੈ ਤਾਂ ਕਾਂਗਰਸੀਆਂ ਦੀ ਸਰਕਾਰ ਸੀ, ਕਈ ਕਹਿੰਦੇ ਸੀ ਇੱਥੇ ਅਕਾਲੀਆਂ ਦੀ ਵੱਧ ਚੱਲਦੀ ਆ ਤੇ ਅਕਾਲੀਆਂ ਦੇ ਕਾਰੋਬਾਰ ਕਹਿੰਦੇ ਬਹੁਤ ਜ਼ਿਆਦਾ ਪ੍ਰਫੁੱਲਤ ਹੋ ਰਹੇ ਨੇ ਜੀ। ਉਹ ਸਾਰੀ ਚੀਜ਼ ਦੇ ਵਿੱਚ ਜੇਕਰ ਆਪਾਂ ਪੂਰਨ ਰੂਪ ਵਿੱਚ ਇੱਕ ਸਿਆਸੀ ਸਮੀਕਰਨ ਦੇਖਦੇ ਹਾਂ, ਪਹਿਲੀ ਗੱਲ ਤਾਂ ਜਿਹੜੀ ਸੱਤਾਧਾਰੀ ਧਿਰ ਹੈ ਜੀ, ਸੱਤਾਧਾਰੀ ਧਿਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਦੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਤਾਂ ਸੋਸ਼ਲ ਮੀਡੀਆ ਤੇ ਦਿਖ ਦੁਖ ਜਾਂਦੇ ਆ। ਜੇਕਰ ਉਹਨਾਂ ਦੇ ਨਾਲ ਦੇ ਮੰਤਰੀ ਸੰਤਰੀ ਨੇ ਮਿਲਣਾ ਤਾਂ ਉਹਨਾਂ ਨੂੰ ਫਾਰਮ ਹਾਊਸ ਦੇ ਅੰਦਰ ਬਹੁਤ ਘੱਟ ਬੰਦਿਆਂ ਨੂੰ ਇਜਾਜ਼ਤ ਆਉਣ ਦੀ। ਉਸ ਸਾਰੀ ਚੀਜ਼ ਨੂੰ ਭਾਵੇਂ ਕੇਂਦਰ ਦੇ ਵਿੱਚ ਇਹਨਾਂ ਦਾ ਕਾਂਗਰਸ ਬੈਠੀ ਹੈ ਪਰ ਕੇਂਦਰ ਦੀ ਕਾਂਗਰਸ ਬੜੀ ਕਮਜ਼ੋਰ ਹੋ ਰਹੀ ਹੈ। ਉਸ ਕਰਕੇ ਇਹਨਾਂ ਦਾ ਆਪਸੀ ਜਿਹੜੇ ਸਮੀਕਰਨ ਵੀ ਨੇ, ਚਾਹੇ ਤਾਂ ਆਸ਼ਾ ਕੁਮਾਰੀ ਜਿਹੜੀ ਇਹਨਾਂ ਦੀ ਬਣਾਈ ਹੋਈ ਸੀ ਇੱਥੋਂ ਦੀ ਪ੍ਰਧਾਨ ਬਣਾਈ, ਇੰਚਾਰਜ ਬਣਾਈ ਹੋਈ ਸੀ ਪੰਜਾਬ ਦੀ, ਉਸ ਦੀਆਂ ਵੀ ਤਬਦੀਲੀ ਦੀਆਂ ਗੱਲਾਂ ਚੱਲਦੀਆਂ ਨੇ। ਔਰ ਸੁਨੀਲ ਜਾਖੜ ਸਾਹਿਬ ਦਾ ਪਿੱਛੇ ਗੱਲ ਚੱਲਦੀ ਸੀ ਕਿ ਸ਼ਾਇਦ ਉਹ ਪ੍ਰਧਾਨਗੀ ਛੱਡ ਦੇਣ, ਉਹਨਾਂ ਦੀ ਜਗ੍ਹਾ ਤੇ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਜਾ ਸਕਦੀ ਹੈ। ਨਵਜੋਤ ਸਿੰਘ ਸਿੱਧੂ ਬਾਰੇ ਅਜੇ ਤੱਕ ਹਾਲਾਂਕਿ ਸੁਰਖੀਆਂ ਅਖਬਾਰਾਂ ਦੀਆਂ ਜ਼ਰੂਰ ਬਣ ਗਈਆਂ ਕਿ ਨਵਾਂ ਢਾਂਚਾ ਪੰਜਾਬ ਦਾ ਕਾਂਗਰਸ ਨੇ ਤਕਰੀਬਨ ਹਰੀ ਝੰਡੀ ਦੇ ਦਿੱਤੀ ਹੈ, ਪਰ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਗਿਆ ਕਿ ਤੁਸੀਂ ਵੇਟ ਐਂਡ ਵਾਚ ਕਰੋ। ਹੁਣ ਸਾਲ ਤਾਂ ਡੇਢ ਰਹਿ ਗਿਆ ਜੀ, ਉਹ ਤਾਂ ਬੂਹੇ ਆ ਗਈ ਜੰਨ ਬਿੰਨੋ ਕੁੜੀ ਦੇ ਕੰਨ, ਹੁਣ ਉਹਨੇ ਵੀ ਤਾਂ ਕੁਛ ਨਾ ਕੁਛ ਕਰਨਾ ਹੋ, ਕਿਸੇ ਪਾਸੇ ਜਾਣਾ ਹੋ। ਇਸ ਕਰਕੇ ਨਵਜੋਤ ਸਿੱਧੂ ਦੀ ਇੱਕ ਹੁਣੇ ਵੀਡੀਓ ਆਈ ਹੈ, ਵੀਡੀਓ ਦੇ ਵਿੱਚ ਇੱਕ ਗਾਣਾ ਵੀ ਚੱਲਦਾ ਇੱਕ ਜੀ, ਗਾਣੇ ਦੇ ਨਾਲ ਨਾਲ ਉਹ ਇਹ ਵੀ ਕਹਿੰਦੇ ਆ ਕਿ ਹਾਂਜੀ ਅਸੀਂ ਸਾਰਿਆਂ ਨੂੰ ਵਕਤ ਪਾ ਦਿਆਂਗੇ। ਹੁਣ ਵਕਤ ਪਾ ਦਿਆਂਦੇ ਕੀ ਹੈ ਕਿ ਉਹ ਕਾਂਗਰਸ ਨੂੰ ਵਕਤ ਪਾਉਣਗੇ ਜਾਂ ਫਿਰ ਵਿਰੋਧੀ ਪਾਰਟੀ ਹੈ ਜਿਹੜੀ ਅਕਾਲੀ ਦਲ ਜਾਂ ਆਮ ਆਦਮੀ ਨੂੰ ਪਾਉਣਗੇ। ਨਵਜੋਤ ਸਿੱਧੂ ਨੇ ਵਕਤ ਤਾਂ ਬਾਕੀ ਪਾਇਆ ਹੈ ਸਭ ਨੂੰ, ਇਵਨ ਆਪਾਂ ਨੂੰ ਵੀ ਪਾਇਆ ਹੈ, ਆਪਾਂ ਵੀ ਉਹਦਾ ਰੋਜ਼ ਡਿਸਕਸ਼ਨ ਕਰ ਲੈਂਦੇ ਆ। ਨਿਤ ਨਵੀਂ ਉਹਨਾਂ ਦੀ ਖਬਰ ਕਿਤੇ ਨਾ ਕਿਤੇ ਚਰਚਾ ਜ਼ਰੂਰ ਆਉਂਦੀ ਹੈ, ਪਰ ਉਹਨਾਂ ਦੀ ਖਬਰ ਇਸ ਗੱਲ ਤੇ ਵੀ ਬਣਦੀ ਹੈ ਕਿ ਉਹਨਾਂ ਦੀ ਕੋਈ ਵੀ ਖਬਰ ਨਹੀਂ ਹੁੰਦੀ। ਔਰ ਇਸ ਗੱਲ ਦਾ ਵੀ ਚਰਚਾ ਹੁੰਦਾ ਕਿ ਨਵਜੋਤ ਸਿੰਘ ਸਿੱਧੂ ਕਦੇ ਕਹਿੰਦੇ ਬੋਲਦਾ ਬਹੁਤ ਆ, ਫਿਰ ਜੇ ਨਹੀਂ ਬੋਲਦਾ ਫਿਰ ਕਹਿੰਦੇ ਬੋਲਦਾ ਨਹੀਂ ਹੈ। ਸੋ ਇਹ ਸਾਰੀ ਚੀਜ਼ ਦੇ ਵਿੱਚ ਅਰਸ਼ ਜਿਹੜੀ ਦੇਖਣ ਵਾਲੀ ਗੱਲ ਆ ਉਹ ਇਹ ਹੈ ਕਿ ਦੂਸਰੇ ਪਾਸੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੁਛ ਜਿਹੜੀ ਚਿੰਤਾ ਦੀ ਜਿਹੜੀ ਚਿੰਤਨ ਕਰਨ ਵਾਲੀ ਗੱਲ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਸਾਰਾ ਜਿਹੜਾ ਤਾਣਾ ਬਾਣਾ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਪ੍ਰਧਾਨ ਨੇ, ਵੱਡੇ ਬਾਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਘਰੇ ਬੈਠੇ ਆ, ਇੱਕ ਵੀ ਲਫ਼ਜ਼ ਜੋ ਬੋਲ ਨਹੀਂ ਰਹੇ, ਮਾਫ ਕਰਨਾ। ਤੇ ਉਸ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ ਵਰਗੇ ਵੱਡੇ ਨੇਤਾ ਦਾ ਉਹਨਾਂ ਨੂੰ ਛੱਡ ਕੇ ਚਲੇ ਜਾਣਾ। ਸੁਖਦੇਵ ਸਿੰਘ ਢੀਂਡਸਾ ਦਾ ਬੇਟਾ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਫਾਈਨਾਂਸ ਮਿਨਿਸਟਰ, ਉਹ ਵੀ ਜ਼ਿਲ੍ਹਾ ਦਰ ਜ਼ਿਲ੍ਹਾ ਜਾ ਕੇ ਉਹਨਾਂ ਦੀਆਂ ਬਹੁਤ ਸਾਰੇ ਜਿਹੜੀ ਲੀਡਰਸ਼ਿਪ ਆ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਅਰਸ਼ੀ ਜੀ ਗੱਲ ਇਹ ਹੈ ਨਾਲ ਇਸ ਚੀਜ਼ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਰੋਚਕ ਗੱਲ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਸੁਖਦੇਵ ਸਿੰਘ ਢੀਂਡਸਾ ਬੜਾ ਤਿੱਖਾ ਬੋਲ ਰਹੇ ਅੱਜ ਕੱਲ੍ਹ। ਉਧਰੋਂ ਸੁਖਬੀਰ ਸਿੰਘ ਬਾਦਲ ਵੀ ਉਹਨਾਂ ਦਾ ਕਦੇ ਕਦੇ ਜਵਾਬ ਦਿੰਦੇ ਆ, ਪ੍ਰਕਾਸ਼ ਸਿੰਘ ਬਾਦਲ ਜਮਾਂ ਹੀ ਚੁੱਪ ਨੇ। ਉਹਨਾਂ ਤੋਂ ਵੀ ਅੱਗੇ ਜਿਹੜਾ ਫਰੀਜ ਹੋਇਆ ਉਹ ਹੈ ਬਿਕਰਮ ਸਿੰਘ ਮਜੀਠੀਆ। ਬਿਕਰਮ ਸਿੰਘ ਮਜੀਠੀਆ ਜਦ ਕਿ ਹਮੇਸ਼ਾ ਹੀ ਉਹ ਅੱਗੇ ਹੋ ਕੇ ਬਾਕੀਆਂ ਦੇ ਖਿਲਾਫ ਬੋਲਦੇ ਆ, ਪਰ ਢੀਂਡਸਿਆਂ ਦੇ ਖਿਲਾਫ ਬਿਕਰਮ ਮਜੀਠੀਆ ਦਾ ਨਾਂ ਬੋਲਣਾ। ਔਰ ਖਬਰਾਂ ਇੱਥੇ ਵੀ ਕੁਛ ਇਹ ਵੀ ਆਉਂਦੀਆਂ ਨੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਬਿਕਰਮ ਮਜੀਠੀਆ ਉਹਨਾਂ ਨੇ ਕਿਸੇ ਆਪਣੇ ਸਾਥੀਆਂ ਨੂੰ ਕਿਹਾ ਕਿ ਮਾਝੇ ਚੋਂ ਤੁਸੀਂ ਸੁਖਦੇਵ ਸਿੰਘ ਢੀਂਡਸਾ ਨਾਲ ਤੁਰ ਪਓ। ਇਹ ਬਹੁਤ ਵੱਡੀ ਤੇ ਅਹਿਮ ਖਬਰ ਇਹ ਹੈ, ਜੇਕਰ ਇਹ ਕਿਤੇ ਨਾ ਕਿਤੇ ਸੱਚ ਹੁੰਦੀ ਹੈ ਤਾਂ ਇੱਥੋਂ ਇਹ ਵੀ ਗੱਲ ਹੈ ਕਿ ਜਿਹੜਾ ਸਮੀਕਰਨ ਹੈ ਉਹ ਪਰਿਵਾਰਿਕ ਤੌਰ ਤੇ ਵੀ ਪੂਰਾ ਸਹੀ ਨਹੀਂ ਹੈ, ਜਿਹੜਾ ਮੈਂ ਤੁਹਾਨੂੰ ਸਿਆਸੀ ਤੌਰ ਤੇ ਗੱਲ ਕਰਦਾ। ਹਾਂ, ਇਹਨਾਂ ਨੂੰ ਚਲੋ ਇੱਥੇ ਛੱਡ ਦਿਓ। ਹੁਣ ਆਪਾਂ ਨੂੰ
ਅਕਾਲੀ ਦਲ ਦਾ ਪਰਿਵਾਰਿਕ ਤੌਰ ਤੇ ਛੱਡ ਕੇ ਜਿਹੜੇ ਇਸ਼ੂ ਸੀਗੇ, ਚਾਹੇ ਆਰਡੀਨੈਂਸ ਸੀ ਖੇਤੀ ਦਾ, ਉੱਥੇ ਅਕਾਲੀ ਦਲ ਦਾ ਜੀ ਔਰ ਆਮ ਆਦਮੀ ਪਾਰਟੀ ਦਾ ਇਹ ਕੋਰ ਇਸ਼ੂ ਜਿਹੜੇ ਭਾਰਤ ਦੇ ਵਿੱਚ ਘੱਟ ਗਿਣਤੀਆਂ ਤੇ ਹਮਲੇ ਹੋ ਰਹੇ ਆ, ਔਰ ਆਰਡੀਨੈਂਸ ਜਿਹੜੀ ਖੇਤਾਂ ਦੇ ਨਾਲ ਹੈਗੀ ਆ, ਉਸ ਦੇ ਵਿੱਚ ਬੀਜੇਪੀ ਦੀ ਭਾਸ਼ਾ ਬੋਲਣੀ, ਇਹ ਵੀ ਕਾਫੀ ਸਾਰੀਆਂ ਚੀਜ਼ਾਂ ਖੜੀਆਂ ਕਰਦੀ ਆ। ਔਰ ਜਿਹੜੀ ਆਮ ਆਦਮੀ ਪਾਰਟੀ ਹੈ ਦਿੱਲੀ ਦੇ ਵਿੱਚ, ਉਹਨਾਂ ਦਾ ਬੀਜੇਪੀ ਦੇ ਖਿਲਾਫ ਨਾ ਬੋਲਣਾ, ਔਰ ਆਰਡੀਨੈਂਸ ਦੇ ਮਾਮਲੇ 'ਚ ਵੀ ਆਮ ਆਦਮੀ ਪਾਰਟੀ ਦਾ ਚੁੱਪ ਰਹਿਣਾ, ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਦੀ ਸਪੋਰਟ ਕਰਨਾ, ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੇ ਹੁਣ ਇਹ ਸਿਆਸਤ ਦੇ ਵਿੱਚ ਇੱਕ ਨਵੀਂ ਚਿੰਗ ਲਾਉਣੀ ਹੈ। ਔਰ ਜਿਸ ਤਰੀਕੇ ਨਾਲ ਸੁਖਦੇਵ ਸਿੰਘ ਢੀਂਡਸਾ ਅੱਗੇ ਵਧ ਰਹੇ ਆ, ਉਧਰੋਂ ਨਵਜੋਤ ਸਿੰਘ ਸਿੱਧੂ ਦੀਆਂ ਵੀਡੀਓ ਆ ਰਹੀਆਂ ਨੇ, ਸੋ 2.5 ਚਾਲ ਸਾਰਿਆਂ ਦੀ ਲੋਕ ਐਕਸਪੈਕਟ ਕਰ ਰਹੇ ਆ। ਹੋ ਸਕਦਾ ਇੱਥੇ ਨਾ ਚਲੇ ਜਾਵੇ, ਹੋ ਸਕਦਾ ਉੱਥੇ ਨਾ ਚਲੇ ਜਾਵੇ। ਸੋ ਕੁੱਲ ਮਿਲਾ ਕੇ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਸਿਆਸੀ ਮਾਹੌਲ ਹੈ, ਉਹ ਇੱਕ ਤਰ੍ਹਾਂ ਇੱਕ ਕਨਫਿਊਜ਼ਨ ਜਿਹਾ ਵਾਲਾ ਹੈ, ਇੱਕ ਚੌਂਕ ਜਿਹੇ ਤੇ ਖੜਾ ਹੈ। ਲੋਕ ਐਕਸਪੈਕਟ ਕਰ ਰਹੇ ਆ ਕਿ ਇੱਕ ਤਸਵੀਰ ਜੀ ਬਣ ਕੇ ਸਾਹਮਣੇ ਆਵੇ, ਤਾਂ ਜੋ ਉਹਨਾਂ ਨੇ ਉਹਨੂੰ ਰਿਸਪੈਕਟ ਕਰਨਾ ਜਾਂ ਉਹਨੂੰ ਦੁਦਕਾਰਨਾ, ਫਿਰ ਉਹ ਲੋਕ ਸਿਆਣਨਗੇ। ਪਰ ਇਸ ਵੇਲੇ ਸਾਰੇ ਦੇ ਸਾਰੀ ਵੀ ਇੱਕ ਨੂੰ ਗਿਰੋਨੀ ਹੈ, ਸਾਰੇ ਉਲਝੇ ਪਏ ਨੇ ਸਾਰੇ ਜੀ ਬਿਲਕੁਲ। ਨਾਲ ਹੁਣ ਜਦੋਂ ਸਿਆਸਤ ਦੀ ਗੱਲ ਆਉਂਦੀ ਹੈ ਤੇ ਖਬਰਾਂ ਵੀ, ਹੈਡਲਾਈਨਸ ਵੀ ਸਿਆਸਤ ਤੋਂ ਬਾਹਰ ਨਿਕਲ ਕੇ ਆਉਂਦੀਆਂ ਨੇ ਕਿ ਇਸ ਤਰ੍ਹਾਂ ਹੋ ਗਿਆ, ਉਸ ਤਰ੍ਹਾਂ ਹੋ ਗਿਆ। ਹੁਣ ਅਸੀਂ ਜਦੋਂ ਅਮਰੀਕਾ ਦੀ ਗੱਲ ਕਰ ਲੈਂਦੇ ਹਾਂ ਤੇ ਜਦੋਂ ਵੀ ਕੋਈ ਖਬਰ ਸਾਹਮਣੇ ਆਉਂਦੀ ਹੈ ਤੇ ਸਾਡੇ ਜਿਹੜੇ ਰਾਸ਼ਟਰਪਤੀ ਨੇ US ਦੇ, ਉਹ ਕਹਿ ਦਿੰਦੇ ਨੇ ਇਹ ਝੂਠੀਆਂ ਖਬਰਾਂ ਨੇ, ਫਰਜ਼ੀ ਖਬਰਾਂ ਨੇ, ਤੇ ਇਹ ਖਬਰਾਂ ਜਿਹੜੀਆਂ ਨੇ ਫਿਰ ਉਹ ਮੀਡੀਆ ਨੂੰ ਕਸੂਰਵਾਰ ਠਹਿਰਾਉਂਦੇ ਆ, ਫਿਰ ਫੇਕ ਮੀਡੀਆ ਕਹਿ ਦਿੰਦੇ ਆ। ਜਦੋਂ ਵੀ ਕੋਈ ਖਬਰ ਅਸੀਂ ਨਹੀਂ ਮੰਨਣੀ ਹੁੰਦੀ, ਕਹਿ ਦਿੰਦੇ ਆ ਕਿ ਇਹ ਫੇਕ ਖਬਰਾਂ ਹੈਗੀਆਂ ਨੇ। ਤੇ ਅਸੀਂ ਦੇਖਦੇ ਵੀ ਹੈਗੇ ਆ ਕਿ ਇੱਕ ਜਦੋਂ ਸੱਚੀ ਖਬਰ ਆਉਂਦੀ ਹੈ, ਸੱਚਾਈ ਆਉਂਦੀ ਹੈ, ਤੇ ਨਾਲ ਜਿਹੜੀਆਂ ਝੂਠੀਆਂ ਖਬਰਾਂ ਨੇ 3-4 ਨਿਕਲ ਕੇ ਸਾਹਮਣੇ ਆ ਜਾਂਦੀਆਂ ਨੇ। ਹੁਣ ਝੂਠੀਆਂ ਖਬਰਾਂ ਦਾ ਦੋਸ਼ ਲਗਾਉਣਾ ਜਿਹੜਾ ਹੈ ਉਹ ਆਮ ਜੀ ਗੱਲ ਹੋ ਗਈ ਹੈ। ਜਿਹੜੀ ਗੱਲ ਨਹੀਂ ਮੰਨਣੀ ਉਹ ਝੂਠੀ ਹੈ। ਸੋ ਹੁਣ ਇੱਕ ਹੋਰ ਪੰਜਾਬ ਦੇ ਵਿੱਚ ਇੱਕ ਚੀਜ਼ ਆਈ ਹੈਗੀ ਹੈ ਕਿ ਜਿਹੜੇ ਢੀਂਡਸਾ ਹੈ, ਉਹਨਾਂ ਨੇ ਸੁਖਬੀਰ ਬਾਦਲ ਤੇ ਦੋਸ਼ ਲਗਾਇਆ ਹੈਗਾ ਕਿ ਉਹ ਫਰਜ਼ੀ ਖਬਰਾਂ ਨੂੰ ਫੈਲਾਉਂਦੇ ਨੇ। ਕਿਹੜੀਆਂ ਖਬਰਾਂ ਫੈਲਾ ਰਹੇ ਨੇ ਉਹ? ਇਸ ਵੇਲੇ ਬੜੀ ਚਰਚਾ, ਜਿੱਥੇ ਆਪਾਂ ਸਿਆਸੀ ਸਮੀਕਰਨ ਦੀ ਗੱਲ ਕੀਤੀ ਆ, ਉੱਥੇ ਕੁਝ ਖਬਰਾਂ ਇਸ ਤਰ੍ਹਾਂ ਦੀਆਂ ਵੀ ਛਪੀਆਂ ਨੇ ਜਾਂ ਛਪਾਈਆਂ ਜਾਂਦੀਆਂ ਨੇ ਜਾਂ ਬਣਾਈਆਂ ਜਾਂਦੀਆਂ ਨੇ ਕਿ ਜਿਹੜਾ ਆਮ ਬੰਦਾ ਹੈ ਉਹਨੂੰ ਦੇਖਣ ਨੂੰ ਐਡੀ ਸੋਚੀ ਤੇ ਦੂਰ ਅੰਦੇਸ਼ੀ ਨਹੀਂ ਹੁੰਦੀ ਜਿੱਥੇ ਉਹਨੂੰ ਸਮਝ ਆ ਸਕੇ। ਅਖਬਾਰਾਂ ਦੇ ਵਿੱਚ ਜਿਸ ਤਰੀਕੇ ਨਾਲ ਐਡਿਟ ਹੁੰਦੀਆਂ ਨੇ, ਉਸੇ ਤਰੀਕੇ ਨਾਲ ਜਿਹੜੇ ਇਹ ਛੋਟੇ-ਮੋਟੇ ਐਡੀਟਰ ਹੁੰਦੇ ਆ, ਉਹਨਾਂ ਨੂੰ ਹਾਇਰ ਕੀਤਾ ਜਾਂਦਾ, ਉਸੇ ਤਰ੍ਹਾਂ ਦੀ ਖਬਰ ਤਿਆਰ ਕੀਤੀ ਜਾਂਦੀ ਹੈ। ਉਹ ਫਿਰ ਆਮ ਬੰਦੇ ਦੇ ਜਦੋਂ ਸੋਸ਼ਲ ਮੀਡੀਆ ਇੱਕ ਇਸ ਤਰ੍ਹਾਂ ਦਾ ਪਲੇਟਫਾਰਮ ਬਣ ਗਿਆ ਜਿੱਥੇ ਬਹੁਤ ਸਾਰੀਆਂ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ। ਹੁਣ ਪਿਛਲੇ ਦਿਨਾਂ 'ਚ ਸੁਖਦੇਵ ਸਿੰਘ ਢੀਂਡਸਾ ਦੇ ਬਾਰੇ ਇੱਕ ਇਸ ਤਰ੍ਹਾਂ ਦੀ ਖਬਰ ਬਣਾ ਕੇ ਦਿੱਤੀ ਗਈ ਕਿ ਉਹ ਸੁਖਬੀਰ ਜੀ ਦੇ ਮਾਮਲੇ 'ਚ ਉਹਨਾਂ ਨੇ ਕਿਹਾ ਜੀ ਵੀ ਨਹੀਂ ਅਸੀਂ ਤਾਂ ਸਹਿਮਤ ਸੀ ਜਾਂ ਨਹੀਂ ਸਹਿਮਤ ਸੀ। ਫਿਰ ਹੂ ਉਸ ਤਰ੍ਹਾਂ ਦੀ ਖਬਰ ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਬਾਰੇ ਕਹੀ ਕਿ ਜਦੋਂ ਡੇਰਾ ਸਰਸਾ ਦੇ ਉਸ ਮੁਖੀ ਨੂੰ ਜਿਹੜਾ ਭੇਜੀ ਗਈ ਪੁਸ਼ਾਕ ਹੈ, ਜੇਕਰ ਸੁਖਬੀਰ ਸਿੰਘ ਬਾਦਲ ਨੇ ਭੇਜੀ ਤਾਂ ਉਹ ਫਿਰ ਇੱਕ ਭਾਈਚਾਰਕ ਤੌਰ ਤੇ ਸਾਡੇ ਸੰਬੰਧ ਵਧਾਉਣ ਦੇ ਚੱਕਰ 'ਚ ਗਈ। ਹੁਣ ਉਸ ਗੱਲ 'ਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਢੀਂਡਸੇ ਕਰਦੇ ਆ, ਇਹ ਸਾਰਾ ਤੋਂ ਸਾਰਾ ਕੁਝ ਹੋ ਰਿਹਾ। ਪਰ ਹੁਣ ਇੱਕ ਨਵੀਂ ਖਬਰ ਹੋਰ ਆਈ, ਉਹ ਸੀ ਕਿ ਲੁਧਿਆਣੇ ਦੇ ਇਲਾਕੇ ਦਾਖੇ ਦੇ ਵਿੱਚ ਪਿਛਲੇ ਸਮੇਂ 'ਚ ਚੋਣਾਂ ਹੋਈਆਂ, ਜਦੋਂ ਹਰਵਿੰਦਰ ਸਿੰਘ ਫੂਲਕਾ ਇੱਥੋਂ ਆਪਣੀ ਸੀਟ ਤੋਂ ਅਸਤੀਫਾ ਦੇ ਕੇ ਦਿੱਲੀ ਵਾਪਸ ਚਲੇ ਗਏ। ਫਿਰ ਕਾਂਗਰਸ ਦੇ ਵਿੱਚ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੱਜੇ ਬਾਂਹ ਸਮਝਿਆ ਜਾਂਦਾ ਕੈਪਟਨ ਸੰਦੀਪ ਜੀ, ਕਾਂਗਰਸ ਨੂੰ ਉੱਥੇ ਲੈ ਕੇ ਆਈ। ਅਕਾਲੀ ਦਲ ਵੱਲੋਂ ਮਨਪ੍ਰੀਤ ਇਆਲੀ ਉਹ ਇਲੈਕਸ਼ਨ ਲੜੇ, ਆਮਣਾ ਸਾਹਮਣਾ ਹੋਇਆ ਜੀ, ਮਨਪ੍ਰੀਤ ਇਆਲੀ ਉੱਥੋਂ ਜਿੱਤ ਗਿਆ। ਹੁਣ ਇਹ ਖਬਰ ਲੱਗੀ ਹੈ ਕਿ ਮਨਪ੍ਰੀਤ ਇਆਲੀ ਦੀ ਸੁਖਦੇਵ ਸਿੰਘ ਢੀਂਡਸਾ ਨਾਲ ਬੰਦ ਕਮਰੇ 'ਚ ਮੀਟਿੰਗ ਹੋਈ। ਹੁਣ ਉਹ ਉਸ ਦੇ ਵਿੱਚ ਬੜੇ ਤੱਤ ਪਾਏ ਗਏ, ਪਰ ਜਿਹੜੀ ਉਹਦੀ ਭਾਸ਼ਾ ਹੈ ਉੱਥੋਂ ਸਮਝ ਲੱਗਦੀ ਹੈ ਕਿ ਇਹ ਕਿਸੇ ਅਖਬਾਰੀ ਪੱਤਰਕਾਰ ਦੀ ਨਹੀਂ ਹੈ, ਕਿਉਂਕਿ ਕੁਝ ਲਫ਼ਜ਼ਾਂ 'ਚ ਅਖਬਾਰਾਂ 'ਚ ਅਕਸਰ ਕਿਉਂਕਿ ਉੱਪਰ ਐਡੀਟਰ ਪ੍ਰੂਫ ਰੀਡਰ ਬੈਠੇ ਹੁੰਦੇ ਆ, ਉਹ ਇਹਨਾਂ ਚੀਜ਼ਾਂ ਨੂੰ ਠੀਕ ਕਰ ਦਿੰਦੇ ਆ। ਉਹਨਾਂ ਤੋਂ ਲੱਗਦਾ ਕਿ ਇਹ ਖਬਰਾਂ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਸੁਖਦੇਵ ਸਿੰਘ ਢੀਂਡਸਾ ਨੇ ਇਹ ਦੋਸ਼ ਸੁਖਬੀਰ ਸਿੰਘ ਬਾਦਲ ਹੋਰਾਂ ਤੇ ਲਾਇਆ ਕਿ ਇਹ ਬਾਦਲ ਇਹਨਾਂ ਕੰਮਾਂ 'ਚ ਮਾਹਰ ਨੇ, ਝੂਠ ਨੂੰ ਸੱਚ ਬਣਾਉਣਾ, ਸੱਚ ਨੂੰ ਝੂਠ ਬਣਾਉਣਾ ਇਹਨਾਂ ਦਾ ਇਹ ਪੇਸ਼ਾ ਰਿਹਾ ਜੀ। ਇਸ ਕਰਕੇ ਉਹ ਕਹਿੰਦੇ ਵੀ ਮੇਰੀ ਔਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਜਿਹੜੀ ਸਿਆਸੀ ਤੇ ਪਰਿਵਾਰਿਕ ਸਾਡੀ ਸਾਂਝ ਹੈ, ਇਹ ਉਸ ਦੇ ਵਿੱਚ ਫਿੱਕ ਪਾਉਣ ਵਾਸਤੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਗਏ ਨੇ। ਹੁਣ ਫਿੱਕ ਪਾਏ ਗਏ ਨੇ ਜਾਂ ਫਿੱਕ ਪੈ ਚੁੱਕੀ ਹੈ ਜਾਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਇਹ ਤਾਂ ਉਹਦਾ ਸਮਾਂ ਦੱਸੂਗਾ ਜੀ। ਪਰ ਇਹ ਰੋਚਕ ਮਾਹੌਲ ਜ਼ਰੂਰ ਬਣਿਆ ਹੈ, ਨਿੱਤ ਨਵੀਂ ਮਸਾਲੇਦਾਰ ਖਬਰ ਆ ਜਾਂਦੀ ਹੈ ਜੀ। ਬਿਲਕੁਲ ਨਾ ਜੀ ਲੱਗਿਆ ਰਹਿੰਦਾ। ਕਰੋਨਾ ਵਾਇਰਸ ਦੇ ਸਮੇਂ ਦੇ ਵਿੱਚ ਨਾਲ ਸਿਆਸਤ ਜਿਹੜੀ ਉਹ ਚੱਲਦੀ ਰਹਿੰਦੀ ਹੈ, ਚਾਹੇ ਉਹ ਪੰਜਾਬ ਦੇ ਵਿੱਚ ਆ, ਭਾਰਤ ਦੇ ਵਿੱਚ ਆ, ਕਿਤੇ ਮਰਜ਼ੀ ਹੈ ਦੁਨੀਆ ਦੇ ਵਿੱਚ। ਹਰਪ੍ਰੀਤ ਜੀ, ਇਸ ਵੇਲੇ ਟਾਈਮ ਹੋ ਗਿਆ ਬ੍ਰੇਕ ਦਾ, ਬ੍ਰੇਕ ਲਾ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ ਜੀ।
ਸਟ੍ਰੇਟ ਟਾਕ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਇਸ ਤਰ੍ਹਾਂ ਹੀ ਜਾਰੀ ਰਹੇਗੀ। ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਦੇ ਲਈ। Welcome back after a short break. You are watching Straight Talk ਸਿੱਧੀ ਗੱਲ ਤੇ ਗੱਲਬਾਤ ਹੋ ਰਹੀ ਹੈ ਮਿਸਟਰ ਹਰਪ੍ਰੀਤ ਸਿੰਘ ਧਾਲੀਵਾਲ ਦੇ ਨਾਲ। ਧਾਲੀਵਾਲ ਸਾਹਿਬ, ਤੁਸੀਂ ਜਿੱਦਾਂ ਅਸੀਂ ਪੰਜਾਬ ਦੇ ਬਾਰੇ ਗੱਲ ਕੀਤੀ ਹੈਗੀ ਤੇ ਨਾਲ ਹੁਣ ਜਿਹੜੇ ਸਾਬਕਾ ਡੀਜੀਪੀ ਹੈਗੇ ਨੇ ਸੁਮੇਧ ਸੈਣੀ, ਉਹ ਕਾਫੀ ਚਰਚਾ ਦੇ ਵਿੱਚ ਰਹਿੰਦੇ ਹੈਗੇ ਨੇ ਤੇ ਹੁਣ ਉਹਨਾਂ ਦੇ ਬਾਰੇ ਕੀ ਅਪਡੇਟ ਹੈਗੀ ਹੈ? ਉਹਨਾਂ ਦੇ ਨਾਲ ਜਿਹੜੇ ਤਾਇਨਾਤ ਸੀਗੇ ਉਹਨਾਂ ਨੇ ਵਾਅਦਾ ਮਾਫੀ ਦੀ ਤਿਆਰੀ ਕਰ ਲਈ ਹੈ, ਉਹ ਕੀ ਹੈ? ਅਸਲ 'ਚ ਸੁਮੇਧ ਸਿੰਘ ਸੈਣੀ ਉਹਨਾਂ ਨੇ ਆਪਣੇ ਵੇਲਿਆਂ ਦੇ ਵਿੱਚ ਚਰਚਾ ਇਸ ਕਰਕੇ ਰਹੀ, ਜਦੋਂ ਉਹ ਤਾਇਨਾਤ ਰਹੇ ਐਸਐਸਪੀ ਤੋਂ ਲੈ ਕੇ ਡੀਜੀਪੀ ਤੱਕ, ਜਦੋਂ ਉਹਨਾਂ ਨੇ ਵੱਖ-ਵੱਖ ਅਹੁਦਿਆਂ ਤੇ ਕੰਮ ਕੀਤਾ, ਉਹ ਇਸ ਗੱਲ ਕਰਕੇ ਚਰਚਾ ਰਹੇ ਕਿਉਂਕਿ ਪੰਜਾਬੀਆਂ ਦਾ ਖੂਨ ਬਹੁਤ ਵਹਿਆ ਔਰ ਨਜਾਇਜ਼ ਤੇ ਜਾਇਜ਼ ਦੋਵੇਂ ਪਾਸੇ ਮਾਰੇ ਤੇ ਮੁਕਾਏ ਗਏ। ਸੁਮੇਧ ਸਿੰਘ ਸੈਣੀ ਤੇ ਇਸ ਗੱਲ ਦੇ ਦੋਸ਼ ਲੱਗੇ ਕਿ ਪੰਜਾਬ ਦੇ ਵਿੱਚ ਜਿਹੜੀ ਜਵਾਨੀ ਸੀ ਉਸ ਦਾ ਘਾਣ ਕਰਨ ਦੇ ਵਿੱਚ ਸੁਮੇਧ ਸਿੰਘ ਸੈਣੀ ਦਾ ਮੂਹਰਲੀਆਂ ਕਤਾਰਾਂ 'ਚ ਨਾ ਆਉਂਦਾ। ਹੁਣ ਉਹ ਰਿਟਾਇਰ ਹੋ ਗਏ, ਪਰ ਰਿਟਾਇਰ ਹੋਣ ਤੋਂ ਪਹਿਲਾਂ ਉਹਨਾਂ ਤੇ ਇਸ ਗੱਲ ਦਾ ਵੀ ਦੋਸ਼ ਉਹਨਾਂ ਦੇ ਨਾਲ ਲੱਗਦਾ ਰਿਹਾ ਕਿ ਸਰਕਾਰ ਸੀ ਜਿਹੜੀ ਪੁਰਾਣੀ, ਉਹਨਾਂ ਨੂੰ ਪੂਰਾ ਸਾਥ ਦਿੰਦੀ ਰਹੀ। ਜਦੋਂ 2012 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੁਆਰਾ ਬਣੀ ਤਾਂ ਅੱਧੇ ਘੰਟੇ 'ਚ ਸੁਮੇਧ ਸਿੰਘ ਸੈਣੀ ਨੂੰ ਡੀਜੀਪੀ ਲਾਉਣਾ, ਔਰ ਲੋਕਾਂ ਨੇ ਉਹਨਾਂ ਦੀ ਮੁਖਾਲਫਤ ਉਸ ਗੱਲ ਦੀ ਬਹੁਤ ਕੀਤੀ ਸੀ ਕਿ ਇਹ ਨਹੀਂ ਕਰਨਾ ਚਾਹੀਦਾ ਸੀ। ਹੁਣ ਰਿਟਾਇਰਮੈਂਟ ਦੇ ਇਨ ਬਿਟਵੀਨ ਜਿਹੜਾ 2012 ਤੋਂ 17 ਦਾ ਦੌਰ ਸੀ ਜੀ, ਤਾਂ ਸੁਮੇਧ ਸਿੰਘ ਸੈਣੀ ਦਾ ਪੋਲੀਟੀਕਲ ਤੌਰ ਤੇ ਕੈਪਟਨ ਅਮਰਿੰਦਰ ਨੂੰ ਜਵਾਬ ਦੇਣੇ। ਕੈਪਟਨ ਅਮਰਿੰਦਰ ਸਿਆਸਤ ਕਰਦੇ ਸੀ ਤਾਂ ਸੁਮੇਧ ਸਿੰਘ ਸੈਣੀ ਉਹਨਾਂ ਦੇ ਖਿਲਾਫ ਬੋਲਦੇ ਸੀ। ਕੈਪਟਨ ਅਮਰਿੰਦਰ ਮੁੱਖ ਮੰਤਰੀ ਬਣ ਗਏ, ਉਦੋਂ ਤੋਂ ਹੀ ਲੱਗਦਾ ਸੀ ਕਿ ਸੁਮੇਧ ਸਿੰਘ ਸੈਣੀ ਰਿਟਾਇਰ ਹੋ ਗਏ ਤੇ ਕੈਪਟਨ ਅਮਰਿੰਦਰ ਮੁੱਖ ਮੰਤਰੀ ਬਣ ਗਏ। ਇਹਨਾਂ ਦਾ ਆਪਸ ਵਿੱਚ ਪੇਚਾ ਪੈਣਾ ਹੀ ਪੈਣਾ ਜੀ। ਔਰ ਸੁੱਖ ਨਾਲ ਸੁਮੇਧ ਸਿੰਘ ਸੈਣੀ ਉਹਨਾਂ ਦੇ ਬਹੁਤ ਸਾਰੇ ਦੋਸ਼ ਇਸ ਤਰ੍ਹਾਂ ਦੇ ਲੱਗੇ, ਖਾਸ ਤੌਰ ਤੇ ਇੱਕ ਆਈਐਸ ਅਫਸਰ ਦਾ ਮੁੰਡਾ ਬਲਵੰਤ ਸਿੰਘ ਮੁਲਤਾਨੀ, ਉਸ ਨੂੰ ਚੰਡੀਗੜ੍ਹ ਦੇ ਘਰ ਚੋਂ ਚੱਕਿਆ ਜਾਣਾ, ਚੱਕ ਕੇ ਫਿਰ ਉਸ ਦਾ ਉੱਥੋਂ ਗਾਇਬ ਹੋ ਜਾਣਾ, ਫਿਰ ਥਾਣਿਆਂ ਕਚਹਿਰੀ ਚੋਂ ਕਿਤੇ ਨਾ ਲੱਭਣਾ, ਫਿਰ ਇਸ ਤਰ੍ਹਾਂ ਦੀ ਖਬਰ ਹੋਣੀ ਕਿ ਉਹਨਾਂ ਦਾ ਰਸਤੇ ਦੇ ਵਿੱਚ ਮੁਕਾਬਲਾ ਹੋ ਗਿਆ। ਹੁਣ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਸੁਮੇਧ ਸਿੰਘ ਸੈਣੀ ਤੇ ਇਸ ਤਰ੍ਹਾਂ ਦੇ ਕਾਫੀ ਸਾਰੇ ਦੋਸ਼ ਲੱਗੇ ਸੀ। ਇੱਕ ਲੁਧਿਆਣੇ ਦਾ ਪਰਿਵਾਰ ਵੀ ਹੈ, ਉਹਨਾਂ ਤੇ ਵੀ ਦੋਸ਼ ਲੱਗੇ ਸੀ। ਹੁਣ ਉਸ ਵੇਲੇ ਜਦੋਂ ਤਾਂ ਬੰਦਾ ਤਾਕਤ 'ਚ ਹੁੰਦਾ ਉਦੋਂ ਤਾਂ ਉਹਨੂੰ ਸਾਰਾ ਕੁਝ ਇਹ ਹਰਾ ਹਰਾ ਨਜ਼ਰ ਆਉਂਦਾ ਹੁੰਦਾ ਜੀ, ਪਰ ਜਦੋਂ ਤਾਕਤ ਚਲੀ ਜਾਂਦੀ ਹੈ, ਜਦੋਂ ਸਮੇਂ ਲੰਘ ਜਾਂਦੇ ਆ, ਸਿਆਣੇ ਕਹਿੰਦੇ ਹੁੰਦੇ ਆ ਜੇ ਸਮੇਂ ਉਹ ਨਹੀਂ ਰਹੇ ਤਾਂ ਸਮੇਂ ਇਹ ਵੀ ਨਹੀਂ ਰਹੇ। ਸੋ ਇਸ ਕਰਕੇ ਸਮਝ ਕੇ ਚੱਲਣਾ ਚਾਹੀਦਾ ਅਫਸਰਸ਼ਾਹੀ ਨੂੰ। ਉਸ ਵੇਲੇ ਧੱਕਾ ਕਰਦੇ ਰਹੇ। ਹੁਣ ਉਸ ਮਾਮਲੇ ਦੇ ਵਿੱਚ ਉਸ ਪਰਿਵਾਰ ਵੱਲੋਂ ਪਾਈ ਗਈ ਪਟੀਸ਼ਨ ਤੇ ਸੁਮੇਧ ਸਿੰਘ ਸੈਣੀ ਨੂੰ ਬੁੱਕ ਕੀਤਾ, ਮਤਲਬ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋਇਆ। ਫਿਰ ਉਹ ਕੋਰਟ ਦੇ ਵਿੱਚ ਗਏ। ਕੋਰਟ ਦੇ ਵਿੱਚ ਜਾ ਕੇ ਉਹਨਾਂ 302 ਧਾਰਾ ਹੁੰਦੀ ਹੈ ਮਰਡਰ ਦੀ, 307 ਹੁੰਦੀ ਹੈ ਅਟੈਂਪਟ ਟੂ ਮਰਡਰ ਦੀ, ਉਹਦੇ ਵਿੱਚ ਵੀ ਉਹਨਾਂ ਨੇ ਪਟੀਸ਼ਨ ਪਾਈ। ਉਹਨਾਂ ਦੇ ਵਿੱਚ ਆਪਣਾ ਪਾਈ ਵੀ ਮੇਰੇ ਤੇ ਇਹ ਮੁਕੱਦਮਾ ਦਰਜ ਨਾ ਹੋ ਜਾਵੇ, ਮੈਨੂੰ ਐਂਟੀਸਪੇਟਰੀ ਬੇਲ ਦਿੱਤੀ ਜਾਵੇ। ਕੋਰਟ ਨੇ ਹਾਲਾਂਕਿ ਦੇ ਦਿੱਤੀ ਸੀ, ਪਰ ਹੁਣ ਹੋਇਆ ਕਿ ਜਦੋਂ ਉਹਨਾਂ ਦੇ ਜਿਹੜੇ ਵਿਰੋਧੀ ਧਿਰ ਸੀ ਜਿਹਨੇ ਇਹ ਮੁਕੱਦਮਾ ਉਹਨਾਂ ਤੇ ਦਰਜ ਕੀਤਾ ਸੀ, ਤਾਂ ਉਹਨਾਂ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਇਹਨਾਂ ਨੂੰ ਉਹ ਜੱਜ ਇਹਨਾਂ ਦੀ ਫੇਵਰ ਕਰਦੇ ਆ। ਉਹਨਾਂ ਦਾ ਕੋਰਟ ਚੇਂਜ ਹੋ ਗਿਆ। ਕੋਰਟ ਚੇਂਜ ਹੋਣ ਤੋਂ ਬਾਅਦ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਇਸ ਕਰਕੇ ਵੱਧਦੀਆਂ ਨਜ਼ਰ ਆਉਂਦੀਆਂ ਨੇ ਕਿ ਇੱਕ ਤਾਂ ਉਹਨਾਂ ਦੇ ਖਿਲਾਫ ਜਿਹੜੀ ਧਾਰਾ 302 ਚ ਐਂਟੀਸਪੇਟਰੀ ਉਹਨਾਂ ਨੇ ਬੇਲ ਲੈ ਰੱਖੀ ਸੀ, ਉਹ ਰੱਦ ਕਰ ਦਿੱਤੀ ਗਈ। ਕੋਰਟ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਲੱਗਿਆ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਕਿ ਧਾਰਾ 302 ਇਹਨਾਂ ਤੇ ਲੱਗਦੀ ਹੈ ਜਾਂ ਬਣਦੀ ਹੈ, ਇਹਨਾਂ ਨੂੰ ਨੋਟਿਸ ਦਿੱਤਾ ਜਾਊਗਾ 3 ਦਿਨਾਂ ਦਾ, ਫਿਰ ਇਹ ਜਾਂਚ ਦੇ ਵਿੱਚ ਸ਼ਾਮਲ ਹੋਣਗੇ। ਹੁਣ ਉਹਨਾਂ ਦੇ ਨਾਲ ਕੁਝ ਪੁਲਿਸ ਅਫਸਰ ਵੀ ਸੀ ਜਿਨ੍ਹਾਂ ਤੇ ਦੋਸ਼ ਲੱਗਦੇ ਸੀ। ਇੱਕ ਸਬ ਇੰਸਪੈਕਟਰ ਜਗੀਰ ਸਿੰਘ ਸੀਗੇ, ਇੱਕ ਸ਼ਾਇਦ ਸਬ ਇੰਸਪੈਕਟਰ ਗੁਰਹਰ ਸਹਾਈ ਰਾਮ ਕੁਛ ਇਸ ਤਰ੍ਹਾਂ ਸ਼ਰਮਾ ਜਾਂ ਕੁਛ ਇਸ ਤਰ੍ਹਾਂ ਦਾ ਨਾਂ ਸੀ, ਜਿਹੜੇ ਜਿਨ੍ਹਾਂ ਤੇ ਇਸ ਗੱਲ ਦਾ ਤਲਵਾਰ ਲਟਕੀ ਹੋਈ ਸੀ ਕਿ ਉਹਨਾਂ ਤੇ ਵੀ ਮੁਕੱਦਮਾ ਦਰਜ ਹੋ ਸਕਦਾ। ਔਰ ਸੁਮੇਧ ਸੈਣੀ ਦੇ ਖਿਲਾਫ ਉਹਨਾਂ ਦੇ ਇੱਕ ਆਪਣਾ ਪੁਰਾਣਾ ਸਾਥੀ ਗੁਰਮੀਤ ਪਿੰਕੀ, ਜਿਹਨੂੰ ਪਿੰਕੀ ਕੈਟ ਵੀ ਕਹਿੰਦੇ ਆ, ਉਸ ਦੀਆਂ ਬਹੁਤ ਸਾਰਾ ਮੀਡੀਆ ਦੇ ਵਿੱਚ ਉਹਨੇ ਪਿਛਲੇ ਸਮੇਂ 'ਚ ਕੁਝ ਇੰਟਰਵਿਊਆਂ ਦੇ ਦੌਰਾਨ ਪੰਜਾਬ ਦੀ ਪੁਲਿਸ ਵੱਲੋਂ ਕਿਸ ਤਰੀਕੇ ਦੇ ਨਾਲ ਤਸ਼ੱਦਦ ਢਾਏ ਗਏ ਜਾਂ ਕਿਵੇਂ ਨਜਾਇਜ਼ ਮੁੰਡੇ ਮਾਰੇ ਗਏ, ਉਹਨੇ ਇੱਕ ਵੱਡੇ ਪੱਤਰਕਾਰ ਦੇ ਨਾਲ ਇੱਕ ਵੀਡੀਓ ਸੀਰੀਜ਼ ਦੇ ਵਿੱਚ ਇਨਸਾਫ ਕੀਤੇ ਸੀ, ਔਰ ਉਹ ਕਿਤਾਬ ਵੀ ਇੱਕ ਲਿਖਣ ਜਾ ਰਿਹਾ ਇਸ ਸਾਰੀ ਚੀਜ਼ ਤੇ। ਹੁਣ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਪਿੰਕੀ ਕੈਟ ਦੇ ਨਾਲ ਉਹ ਪੁਲਿਸ ਅਫਸਰ ਉਹਨੂੰ ਧਮਕੀ ਦੇਣ ਗਏ। ਉਸ ਦਾ ਚੰਡੀਗੜ੍ਹ ਦੇ ਇਲਾਕੇ ਇੱਕ ਫਾਰਮ ਹਾਊਸ ਬਣਾਇਆ ਹੈ, ਪਰ ਉਹਨੇ ਉਹਨਾਂ ਦੇ ਖਿਲਾਫ ਕੰਪਲੇਂਟ ਕਰਤੀ। ਹੁਣ ਉਹ ਪੁਲਿਸ ਅਫਸਰ ਘਬਰਾ ਗਏ
ਹੁਣ ਪਤਾ ਇਹ ਲੱਗ ਰਿਹਾ ਕਿ ਉਹੀ ਜਗੀਰ ਸਿੰਘ ਤੇ ਜਗੀਰ ਸਿੰਘ ਦੇ ਨਾਲ ਹਰਸਹਾਏ ਸ਼ਰਮਾ ਜਿਹੜਾ ਉਹ ਦੋਏ ਹੀ ਵਾਧਾ ਮਾਪ ਗਵਾਹ ਸਮੇਤ ਸਿੰਘ ਸੈਣੀ ਦੇ ਖਿਲਾਫ ਬਣਨ ਨੂੰ ਤਿਆਰ ਹੋ ਗਏ ਆ। ਹੁਣ ਜਦੋਂ ਨਾਲ ਦੀਆਂ ਤੁਹਾਡੇ ਉੱਠ ਕੇ ਬਾਹਾਂ ਜਾਣ ਲੱਗ ਜਾਣ ਜੀ, ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਲੈਣੇ ਹੋ ਕਿ ਟਰੈਵਲ ਨੈਵਰ ਕਮ ਅਲੋਨ। ਹੁਣ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਹੋ ਸਕਦੀਆਂ ਨੇ ਕਿ ਆਉਂਦੇ ਸਮੇਂ ਦੇ ਵਿੱਚ ਸਮੇਤ ਸਿੰਘ ਸੈਣੀ ਦੇ ਖਿਲਾਫ ਉਹਨਾਂ ਦੇ ਕੁਝ ਹੋਰ ਸਾਥੀ ਵੀ ਇਸ ਤਰ੍ਹਾਂ ਕਰ ਦੇਣ ਔਰ ਫਿਰ 302 ਦਾ ਜਿਹੜਾ ਮੁਕੱਦਮਾ ਹੈ ਉਸ ਦੇ ਵਿੱਚ ਵੀ ਕਾਰਵਾਈ ਸ਼ੁਰੂ ਹੋ ਜਾਵੇ। ਸੋ ਇਸ ਕਰਕੇ ਕੁੱਲ ਮਿਲਾ ਕੇ ਅਰਸ਼ ਜਿਹੜਾ ਮੈਨੂੰ ਲੱਗਦਾ ਕਿ ਸਮੇਤ ਸਿੰਘ ਸੈਣੀ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਆਉਂਦੇ ਸਮੇਂ ਦੇ ਵਿੱਚ ਜ਼ਰੂਰ ਵਧਣਗੀਆਂ। ਜਿਵੇਂ ਹੁਣ ਅਸੀਂ ਭਾਰਤ ਦੀ ਗੱਲ ਕਰ ਰਹੇ ਹਾਂ ਤੇ ਭਾਰਤ ਦੇ ਜਿਹੜੇ ਚੀਨ ਨਾਲ ਰਿਸ਼ਤੇ ਹੈਗੇ ਆ ਉਹਨਾਂ 'ਚ ਖਟਾਸ ਆ ਗਈ ਹੈਗੀ ਆ, ਚਾਹੇ ਉਹ ਹੁਣ ਅਸੀਂ ਪਹਿਲਾਂ ਤਾਂ ਕਰੋਨਾ ਵਾਇਰਸ ਕਰਕੇ ਕਰ ਲਈਏ ਤੇ ਬਾਅਦ ਵਿੱਚ ਗਲਵਾਨ ਘਾਟੀ ਦੇ ਵਿੱਚ ਜੋ ਕੁਝ ਵੀ ਹੋਇਆ ਉਸ ਤੋਂ ਬਾਅਦ ਇਹ ਰਿਸ਼ਤੇ ਜਿਹੜੇ ਨੇ ਉਹ ਵਿਗੜਦੇ ਜਿਹੜੇ ਨਜ਼ਰ ਆ ਰਹੇ ਹੈਗੇ ਨੇ। ਹਾਲਾਂਕਿ ਕਿਹਾ ਜਾ ਰਿਹਾ ਕਿ ਸਭ ਕੁਝ ਠੀਕ ਹੈਗੀ ਹੈ, ਸਾਰੀਆਂ ਸਭ ਕੁਝ ਹੁਣ ਠੀਕ ਹੋ ਰਿਹਾ ਹੈਗਾ ਆ, ਉੱਥੇ ਬਾਰਡਰ ਦੇ ਉੱਤੇ ਸਭ ਕੁਝ ਠੀਕ ਹੋ ਰਿਹਾ, ਪਰ ਫਿਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਐਪਸ ਤੇ ਪਾਬੰਦੀ ਲਗਾ ਦਿੱਤੀ ਗਈ ਹੈਗੀ ਆ। ਹੁਣ ਅਮਰੀਕਾ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਖਾਸ ਤੌਰ ਤੇ ਜਿਹੜਾ ਟਿਕਟੌਕ ਐਪ ਹੈ ਉਹਦੇ ਤੇ ਪਾਬੰਦੀ ਲੱਗ ਜੂਗੀ। ਸੋ ਬਹੁਤ ਕੁਝ ਚੱਲ ਰਿਹਾ ਹੈਗਾ ਦੋਨਾਂ ਦੇਸ਼ਾਂ ਦੇ ਦਰਮਿਆਨ, ਭਾਰਤ ਤੇ ਚਾਈਨਾ ਦੇ ਦਰਮਿਆਨ। ਪਰ ਹੁਣ ਜਦੋਂ ਅਸੀਂ ਰਾਜ ਸਭਾ ਦੇ ਮੈਂਬਰ ਦੀ ਗੱਲ ਕਰ ਲਈਏ, ਐਮਪੀ ਦੀ ਗੱਲ ਕਰ ਲਈਏ, ਜਾਂ ਅਸੀਂ ਜੀ ਦੇ ਕਰਤਾ ਧਰਤਾ ਦੀ ਗੱਲ ਕਰ ਲਈਏ, ਸੁਭਾਸ਼ ਚੰਦਰਾ, ਉਹਨਾਂ ਨੇ ਚਾਈਨੀਜ਼ ਕੌਂਸੂਲੇਟ ਨੂੰ ਆਪਣੇ ਘਰ ਮੁੰਬਈ ਦੇ ਵਿੱਚ ਆਪਣੇ ਬੰਗਲੇ ਦੇ ਵਿੱਚ ਰਹਿਣ ਨੂੰ ਥਾਂ ਦਿੱਤੀ ਹੈ ਚਾਈਨੀਜ਼ ਕੌਂਸੂਲੇਟ ਨੂੰ। ਹੁਣ ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਸਾਡੇ ਭਾਰਤ ਦੇ ਵਿੱਚ ਜਿਹੜਾ ਇਸ ਵੇਲੇ ਹਾਲਾਤ ਬਣੇ ਹੋਏ ਨਾ, ਉਹ ਹਾਲਾਤ ਕਿਤੇ ਨਾ ਕਿਤੇ ਸਾਰੇ ਦੇ ਸਾਰੇ ਲੋਕ ਗਰੋਹਾਂ ਦੇ ਵਿੱਚ ਇੱਕ ਮਤਲਬ ਆਪਸ ਵਿੱਚ ਗਰੁੱਪਿਜ਼ਮ ਦੇ ਵਿੱਚ ਐ ਵੰਡਣਾ ਸ਼ੁਰੂ ਹੋ ਗਏ ਆ। ਚਾਹੇ ਸਿਆਸੀ ਜਮਾਤਾਂ ਹੋਣ ਜੀ, ਚਾਹੇ ਆਮ ਲੋਕ ਜਿਹੜੇ ਆਪਸੀ ਭਾਈਚਾਰਕ ਤੌਰ ਤੇ ਰਹਿੰਦੇ ਸੀ ਉਹ ਹੋਣ। ਹੁਣ ਰਹਿੰਦੀ ਕਸਰ ਇਹ ਸੀ ਕਿ ਮੀਡੀਆ ਚੌਥਾ ਥੰਮ ਅਰਸ਼ੀ ਮੰਨਿਆ ਜਾਂਦਾ। ਬਿਲਕੁਲ, ਮੀਡੀਆ ਦੇ ਵਿੱਚ ਵੀ ਜਿਸ ਤਰੀਕੇ ਨਾਲ ਧਿਰਾਂ ਬਣ ਗਈਆਂ ਕਿ ਹਾਂਜੀ ਇਹ ਫਲਾਣੀ ਪਾਰਟੀ ਦਾ ਜੀ, ਇਹ ਉਹਨਾਂ ਦਾ ਮਾਊਥ ਪੀਸ ਹੈ ਜੀ, ਉਹੀ ਭਾਸ਼ਾ ਬੋਲੂਗਾ। ਹੁਣ ਜਦੋਂ ਤੁਸੀਂ ਸੁਭਾਸ਼ ਚੰਦਰਾ ਜੀ ਦੀ ਗੱਲ ਕੀਤੀ ਹੈ ਜੀ, ਸੁਭਾਸ਼ ਚੰਦਰਾ ਜੀ ਦਾ ਮੈਨੂੰ ਲੱਗਦਾ ਕਿ ਦੀਵੇ ਥੱਲੇ ਹਨੇਰਾ, ਜਾਂ ਫਿਰ ਉਹ ਕਈ ਆਪਣੇ ਪੰਜਾਬੀ ਗੱਲਾਂ ਸੁਣਾਉਂਦੀਆਂ ਹੁੰਦੀਆਂ ਸੀ, ਮਾਤਾ ਜਦੋਂ ਇਕੱਠੀਆਂ ਬੈਠਦੀਆਂ ਸੀ ਕਿ ਗੱਲੀ ਬਾਤੀ ਮੈਂ ਵੱਡੀ ਔਰ ਕਰਤੂਤੀ ਵੱਡੀ ਜਠਾਣੀ। ਹੁਣ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੀ ਮੌਜੂਦਾ ਸੱਤਾ ਧਿਰ ਹੈ ਦਿਖਾਵਾ ਤਾਂ ਇਹ ਕਰਦੀ ਹੈ ਕਿ ਸਾਡੇ ਵਰਗਾ ਸਾਫ਼ ਸੁਥਰਾ ਕੋਈ ਨਹੀਂ, ਪਰ ਜਦੋਂ ਕਿਤੇ ਆ ਕੇ ਫਸ ਜਾਂਦੇ ਆ ਫਿਰ ਉਸ ਗੱਲ ਤੇ ਕੰਪੈਰੀਜ਼ਨ ਲੱਗ ਜਾਂਦੇ ਕਰਨ ਕਿ ਮੇਰੀ ਸਫੇਦ ਜਿਹੜੀ ਸ਼ਰਟ ਹੈ ਤੇਰੇ ਵਾਲੀ ਨਾਲੋਂ ਥੋੜੀ ਜਿਹੀ ਸਾਫ਼ ਹੈ। ਹੁਣ ਇੱਕ ਪਾਸੇ ਤਾਂ ਸਾਡੇ ਇਸ ਗੱਲ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਕਿ ਹਾਂਜੀ ਅਸੀਂ ਚਾਈਨੀਜ਼ ਐਪ ਬੰਦ ਕਰਤੇ ਜੀ, ਅਸੀਂ ਚਾਈਨੀਜ਼ ਕੰਪਨੀਆਂ ਨੂੰ ਕੰਮ ਦੇਣਾ ਬੰਦ ਕਰਤਾ ਔਰ ਅਸੀਂ ਤਾਂ ਜੀ ਚਾਈਨਾ ਦੇ ਟੀਵੀ ਤੱਕ ਭੰਨ ਦੇਣੇ ਆ। ਕਈ ਤੁਸੀਂ ਖਬਰਾਂ ਦੇਖੀਆਂ ਹੋਣੀਆਂ ਨੇ, ਪਰ ਜੇਕਰ ਤੁਸੀਂ ਡੀਪਲੀ ਜਾ ਕੇ ਇਹਨਾਂ ਨੂੰ ਦੇਖਦੇ ਹੋ ਤਾਂ ਉਹਨਾਂ ਦੀਆਂ ਤਸਵੀਰ ਦੇ ਦੂਜੇ ਪਾਸੇ ਸਾਹਮਣੇ ਆਉਂਦੇ ਆ। ਪ੍ਰਧਾਨ ਮੰਤਰੀ ਸਾਹਿਬ ਦਾ ਇੱਕ PM ਕੇਅਰ ਫੰਡ ਬਣਿਆ, ਉਹ ਐਂ ਲੱਗਦਾ ਕਿ ਪ੍ਰਧਾਨ ਮੰਤਰੀ ਦੀ ਕੇਅਰ ਵਾਸਤੇ ਬਣਿਆ, ਬਾਕੀ ਦੁਨੀਆ ਵਾਸਤੇ ਨਹੀਂ ਬਣਿਆ। ਉਹ ਕਿੱਥੇ ਜਾਣਾ, ਕਿੱਥੇ ਲੱਗਣਾ, ਕੋਈ ਉਹਨੂੰ ਪੁੱਛ ਨਹੀਂ ਸਕਦਾ, ਕੋਈ ਉਹਨੂੰ ਦੱਸਦਾ ਨਹੀਂ। ਉਸੇ ਤਰੀਕੇ ਦੇ ਨਾਲ ਜਿਹੜੇ ਸੁਭਾਸ਼ ਚੰਦਰਾ ਜੀ ਨੇ, ਜਿਹੜੇ ਪ੍ਰਧਾਨ ਮੰਤਰੀ PM ਕੇਅਰ ਫੰਡ ਦੇ ਵਿੱਚ ਵੀ ਚਾਈਨੀਜ਼ ਕੰਪਨੀਆਂ ਤੋਂ ਪੈਸਾ ਆਇਆ। ਦੂਜੇ ਪਾਸੇ ਸੁਭਾਸ਼ ਚੰਦਰਾ ਉਹ ਵਾਹਦ ਵਿਅਕਤੀ ਆ ਜਿਹੜਾ ਜੀ ਨਿਊਜ਼ ਇੱਕ ਬੜਾ ਵੱਡਾ ਉੱਥੇ ਮੀਡੀਆ ਗਰੁੱਪ ਹੈ, ਜਾਂ ਐਸਲ ਵਰਲਡ ਜਿਹੜਾ ਬੰਬੇ ਦੇ ਵਿੱਚ ਹੁੰਦਾ ਸੀ ਉਸ ਦੇ ਮਾਲਕ ਨੇ। ਔਰ ਫਿਰ ਚੌਲਾਂ ਦਾ ਇੰਪੋਰਟ ਐਕਸਪੋਰਟ ਦਾ ਕੰਮ ਇਹਨਾਂ ਦਾ ਬੜਾ ਵੱਡੇ ਪੱਧਰ ਤੇ ਰਿਹਾ ਜੀ। ਫਿਰ ਇਹ RSS ਦੇ ਤੌਰ ਤੇ ਉਹਨਾਂ ਦੇ ਵਿੱਚ ਕੰਮ ਵੀ ਕਰਦੇ ਰਹੇ। ਔਰ ਫਿਰ ਜਦੋਂ ਸਰਕਾਰਾਂ ਚਾਹੁੰਦੀਆਂ ਨੇ, ਹਰਿਆਣੇ ਦੇ ਵਿੱਚੋਂ ਇਹਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ। ਮੈਂਬਰ ਵੀ ਇਸ ਤਰੀਕੇ ਨਾਲ ਬਣਾਇਆ ਗਿਆ ਕਿ ਜਿਹੜੇ ਬਣਦੀ ਧਿਰ ਕਾਂਗਰਸ ਦੀ ਜ਼ਿਆਦਾ ਸੀ, ਉਹਨਾਂ ਦੇ ਪੈਨਾਂ ਦੇ ਵਿੱਚ ਹੇਰ-ਫੇਰ ਕਰ ਦਿੱਤੀ ਗਈ। ਉਹਦੇ 'ਚ ਇੱਕ ਪ੍ਰੋਟੋਕੋਲ ਪਾ ਦਿੱਤਾ ਗਿਆ ਵੀ ਹਾਂਜੀ ਇਹ ਹਰੇ ਪੈਨ ਨਾਲ ਹੀ ਸਾਈਨ ਕਰ ਸਕਦੇ ਹੋ, ਤੁਸੀਂ ਕਾਲੇ ਨਾਲ ਕਰ ਸਕਦੇ ਹੋ, ਤੁਸੀਂ ਥੋੜੇ ਜਿਹੇ ਨੀਲੇ ਨਾਲ ਕਰ ਸਕਦੇ ਹੋ। ਉਹ 'ਚ ਹੇਰ-ਫੇਰ ਪਾ ਕੇ ਧੱਕੇ ਨਾਲ ਇਹਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ। ਦੇਸ਼ ਭਗਤੀ ਦੇ ਨਾਰੇ ਜਿੰਨੇ ਇਹਨਾਂ ਦੇ ਚੈਨਲ ਤੇ ਲੱਗਦੇ ਆ, ਜੋ ਡਰਾਮੇ ਬਣਾ ਕੇ ਉੱਥੇ ਲੜਾਈਆਂ ਦਿਖਾਈਆਂ ਜਾਂਦੀਆਂ ਨੇ, ਉਹ ਬੰਦਾ ਲੱਗਦਾ ਵੀ ਇਹ ਤਾਂ ਸਵੇਰੇ ਉੱਠ ਕੇ ਮੇਰੇ ਖਿਆਲ ਨਾਲ ਵੀ ਦੇਸ਼ ਭਗਤੀ ਉਹ ਪੀਂਦੇ ਆ, ਦੇਸ਼ ਭਗਤੀ ਉਹ ਖਾਂਦੇ ਆ। ਔਰ ਦੂਜੇ ਪਾਸੇ ਲੋਕਾਂ ਦੇ ਖਿਲਾਫ ਤਾਂ ਅਸੀਂ ਪ੍ਰਚਾਰ ਪ੍ਰਸਾਰ ਕਰ ਰਹੇ ਹੋ ਕਿ ਇਸ ਤਰੀਕੇ ਨਾਲ ਬੜਾ ਮਾੜਾ ਹੈ। ਪਰ ਇਹ ਖਬਰ ਸਾਹਮਣੇ ਆਈ ਹੈ ਕਿ ਇਹਨਾਂ ਦਾ ਇੱਕ ਬੰਗਲੋ ਹੈ ਬੰਬੇ ਦੇ ਵਿੱਚ ਜੀ। ਉਸ ਬੰਗਲੋ ਨੂੰ ਇਸ ਦੇਸ਼ ਭਗਤ ਸੁਭਾਸ਼ ਚੰਦਰਾ ਜੀ ਨੇ ਕਿਰਾਏ ਤੇ ਦਿੱਤਾ ਹੈ। ਕਿਰਾਏ ਤੇ ਦਿੱਤਾ ਜਾਣਾ ਚਾਹੀਦਾ, ਆਪਣੀਆਂ ਪ੍ਰਾਪਰਟੀਆਂ ਨੇ, ਜਿਹਨੂੰ ਮਰਜ਼ੀ ਦਈਏ ਆਪਾਂ, ਕਿਉਂਕਿ ਆਪਣਾ ਸਾਧਨ ਹੈ ਉਹ ਖਰਚੇ ਦਾ। ਪਰ ਜੇਕਰ ਗੱਲਾਂ ਤੁਸੀਂ ਕਹੋ ਵੀ ਚਾਈਨਾ ਬਹੁਤ ਮਾੜਾ,
ਚਾਈਨਾ ਨੂੰ ਤਾਂ ਅਸੀਂ ਇੱਕ ਪੈਸਾ ਨਹੀਂ ਦੇਣਾ, ਹੁਣ ਆਪਣਾ ਬੰਗਲੋ ਤੁਸੀਂ ਉਹਨਾਂ ਨੂੰ ਕਿਰਾਏ ਤੇ ਦਿੱਤਾ ਹੋਇਆ। ਪਤਾ ਲੱਗਿਆ ਕਿ 4.5 ਪੌਣੇ 5 ਲੱਖ ਰੁਪਇਆ ਮਹੀਨੇ ਤੇ ਇਹਨਾਂ ਨੇ ਦਿੱਤਾ, ਉਹ ਤੋਂ 58 ਲੱਖ ਰੁਪਇਆ ਦਾ ਚੈੱਕ ਵੀ ਫੜ ਲਿਆ। ਇਹ ਚੈੱਕ ਫੜਿਆ ਕਦੋਂ ਆ? ਜਦੋਂ ਜਦ ਚਾਈਨਾ ਗਲਵਾਨ ਦੇ ਵਿੱਚ 15-16 ਤਰੀਕ ਨੂੰ ਸਾਡੇ ਜਵਾਨ ਉਹਨਾਂ ਨਾਲ ਕਲੈਸ਼ ਹੁੰਦਾ ਹੈ, ਸਾਡੇ ਜਵਾਨ ਸ਼ਹੀਦ ਹੁੰਦੇ ਆ, ਜ਼ਖਮੀ ਵੀ ਹੁੰਦੇ ਆ। ਇਹ 29 ਤਰੀਕ ਨੂੰ 15 ਦਿਨਾਂ ਬਾਅਦ ਫੜਦੇ ਆ। ਜੇ 2 ਦਿਨ ਪਹਿਲਾਂ ਫੜਿਆ ਹੁੰਦਾ ਨਾ ਫਿਰ ਤਾਂ ਆਪਾਂ ਮੰਨ ਲੈਂਦੇ ਵੀ ਹਾਂਜੀ ਭਾਈ ਇਹਨਾਂ ਨੂੰ ਪਤਾ ਨਹੀਂ ਸੀ, ਤਾਂ ਬੜੇ ਦੇਸ਼ ਭਗਤ ਸੀਗੇ, ਇਹਨਾਂ ਨੇ ਤਾਂ ਭਗਾ ਕੇ ਮਾਰਨਾ ਸੀ ਚੈੱਕ। ਹੁਣ ਉਹੀ ਦੇਸ਼ ਭਗਤ ਸਾਹਿਬ 14 ਦਿਨਾਂ ਬਾਅਦ ਚੈੱਕ ਫੜਦੇ ਆ। ਜਦ ਕਿ ਇਸੇ ਸਰਕਾਰ ਦੇ ਵਿੱਚ ਜਦੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਹੁੰਦੇ ਸੀ, ਉਹ ਕਹਿੰਦੇ ਹੁੰਦੇ ਸੀ ਕਿ ਮੈਂ ਬੜਾ ਦੇਸ਼ ਭਗਤ ਹਾਂ, ਮੈਂ ਇਹੋ ਜਿਹੇ ਮਾੜੇ ਵਿਅਕਤੀ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਦੇਸ਼ ਦੇ ਖਿਲਾਫ ਕਰਦਾ ਹੋਵੇ, ਮੈਂ ਤਾਂ ਇਹੋ ਜਿਹੀਆਂ ਸਰਕਾਰਾਂ ਨੂੰ ਚਿਮਟੇ ਨਾਲ ਫੜਨਾ ਹੀ ਪਸੰਦ ਨਾ ਕਰਾਂ, ਪਰ ਇਹ ਚਿਮਟੇ ਨਾਲ ਚੈੱਕ ਜ਼ਰੂਰ ਫੜ ਲੈਂਦੇ ਆ। ਸੋ ਇਸ ਕਰਕੇ ਇਹਨਾਂ ਦੇ ਕਿਰਦਾਰ ਦੇਖਣ ਨੂੰ ਹੋਰ ਨੇ, ਕਹਿਣ ਕਹਾਉਣ ਨੂੰ ਹੋਰ ਨੇ, ਦੇਸ਼ ਭਗਤੀ ਦੀਆਂ ਜਾਲੀ ਗੱਲਾਂ ਬਹੁਤ ਨੇ, ਪਰ ਜਦੋਂ ਤੁਸੀਂ ਅੰਦਰੂਨੀ ਤੌਰ ਤੇ ਇਹਨਾਂ ਨੂੰ ਜਾ ਕੇ ਦੇਖਦੇ ਹੋ ਫਿਰ ਪਰਤ ਦਰ ਪਰਤ ਬਹੁਤ ਕੁਝ ਨਿਕਲਦਾ ਚੱਲ ਜਾਂਦਾ ਹੈ। ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ। ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਚੱਲਦੀਆਂ ਹੀ ਰਹਿਣੀਆਂ ਹੈਗੀਆਂ ਨੇ ਸਿਆਸਤ ਦੇ ਵਿੱਚ। ਅਸੀਂ ਇੱਕ ਗੱਲ ਜਿਹੜੀ ਕਹਿੰਦੇ ਹੈਗੇ ਉਹਦੇ ਤੇ ਇੰਪਲੀਮੈਂਟ ਨਹੀਂ ਕਰਦੇ, ਸਾਨੂੰ ਇੰਪਲੀਮੈਂਟੇਸ਼ਨ ਜਿਹੜੀ ਉਹ ਜ਼ਰੂਰੀ ਹੈਗੀ ਆ। ਹੁਣ ਹਾਲ ਹੀ ਦੇ ਵਿੱਚ ਈਦ ਲੰਘ ਕੇ ਗਈ ਹੈ, ਮੁਸਲਮਾਨਾਂ ਦਾ ਤਿਉਹਾਰ। ਸੋ ਬਹੁਤ ਲੋਕਾਂ ਨੇ ਕੋਵਿਡ-19 ਦੇ ਦੌਰਾਨ ਮਨਾਇਆ ਹੈਗਾ ਆ, ਵਰਚੁਅਲੀ ਮਨਾਇਆ ਹੈਗਾ ਆ, ਘਰਾਂ ਦੇ ਵਿੱਚ ਰਹਿ ਕੇ ਰਿਸ਼ਤੇਦਾਰਾਂ ਨੂੰ ਘੱਟ ਮਿਲ ਕੇ ਮਨਾਇਆ ਹੈਗਾ ਆ। ਮੁਸਲਮਾਨਾਂ ਦੇ ਲਈ ਇਹ ਤਿਉਹਾਰ ਜਿਹੜਾ ਸਾਡਾ ਭਾਈਚਾਰਾ ਹੈਗਾ, ਮੁਸਲਮਾਨ ਭਾਈਚਾਰਾ, ਉਹਨਾਂ ਦੇ ਲਈ ਉਹ ਬੜੀ ਉਡੀਕ ਦੇ ਨਾਲ ਇਹ ਤਿਉਹਾਰ ਦੀ ਉਡੀਕ ਕਰਦੇ ਆ, ਬੜੀ ਕਹਿੰਦੇ ਆ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ, ਬਹੁਤ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਲਈ ਇੱਕ ਮੇਨ ਤਿਉਹਾਰ ਹੁੰਦਾ ਹੈਗਾ। ਹੁਣ ਉਸ ਤਿਉਹਾਰ ਵਾਲੇ ਦਿਨ ਬਕਰੀਦ ਜਿਹੜੀ ਸੀ, ਉਸ ਵਾਲੇ ਦਿਨ ਇੱਕ ਮੁਸਲਮਾਨ ਜਿਹੜਾ ਸੀ ਉਹ ਮੀਟ ਲੈਣ ਗਿਆ ਤੇ ਉਹਨਾਂ ਨੂੰ ਜਿਹੜੇ ਗਊ ਰੱਖੇ ਗਏ ਉਹਨਾਂ ਨੇ ਉਹਨੂੰ ਮਾਰਿਆ। ਸੋ ਬਹੁਤ ਨਿੰਦਣਯੋਗ ਘਟਨਾਵਾਂ ਹੁੰਦੀਆਂ ਨੇ ਭਾਰਤ ਦੇ ਵਿੱਚ। ਸੋ ਪੂਰੀ ਘਟਨਾ ਕੀ ਹੈ? ਜੇ ਇੱਕ ਅੱਧੀ ਘਟਨਾ ਹੋਵੇ ਤਾਂ ਮੈਂ ਤੁਹਾਨੂੰ ਅਰਸ਼ੀ ਦੱਸਾਂ। ਅਸਲ 'ਚ ਇੱਥੇ ਨਿੱਤ ਨਵੀਆਂ ਖਬਰਾਂ ਦੇਖਣ ਨੂੰ ਮਿਲ ਰਹੀਆਂ ਨੇ ਔਰ ਦੇਸ਼ ਦੀ ਜਿਹੜੀ ਅਖੰਡਤਾ ਹੈ ਉਸ ਦੇ ਵਾਸਤੇ ਬੜਾ ਵੱਡਾ ਇਸ ਗੱਲ ਦਾ ਖਤਰਾ। ਔਰ ਇਸ ਤੋਂ ਵੱਡਾ ਖਤਰਾ ਇਸ ਗੱਲ ਦਾ ਕਿ ਜਿਹੜੀਆਂ ਸੱਤਾ 'ਚ ਲੋਕ ਇਸ ਵੇਲੇ ਬੈਠੇ ਆ, ਉਹ ਸੰਵਿਧਾਨ ਦੀ ਸਹੁੰ ਖਾ ਕੇ ਆਏ ਹੋਏ ਆ, ਸੰਵਿਧਾਨ ਦੀ ਰਾਖੀ ਕਰਨ ਵਾਸਤੇ। ਉਸ ਦੇ ਵਿੱਚ ਸਾਰੇ ਲੋਕਾਂ ਨੂੰ ਬਰਾਬਰ ਦਾ ਅਧਿਕਾਰ ਹੈ। ਪਰ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ, ਵਿਸ਼ੇਸ਼ ਕਮਿਊਨਿਟੀ ਦੇ ਖਿਲਾਫ ਹੁੰਦੀਆਂ ਨੇ ਜਾਂ ਫਿਰ ਘੱਟ ਗਿਣਤੀ ਦੇ ਖਿਲਾਫ ਹੁੰਦੀਆਂ ਨੇ ਜਾਂ ਕਿਸੇ ਨਸਲ ਦੇ ਖਿਲਾਫ ਹੁੰਦੀਆਂ ਨੇ, ਤਾਂ ਉਹ ਸੱਤਾਧਾਰੀ ਧਿਰ ਜਿਹੜੀ ਡੈਮੋਕ੍ਰੈਟਿਕ ਤੌਰ ਤੇ ਸੰਵਿਧਾਨ ਦੀ ਸਹੁੰ ਖਾ ਕੇ ਦੇਸ਼ ਨੂੰ ਚਲਾਉਣ ਦੀ ਕਸਮ ਖਾ ਕੇ ਆਈ ਹੈ, ਉਹਦੇ ਮੂੰਹ 'ਚ ਘੁੰਗਣੂ ਪੈ ਜਾਂਦੇ ਆ, ਚੁੱਪ ਕਰ ਜਾਂਦੇ ਆ ਜੀ। ਹੁਣ ਜਿਹੜੀ ਘਟਨਾ ਦੀ ਤੁਸੀਂ ਗੱਲ ਕੀਤੀ ਹੈ, ਇਹ ਗੁਰੂਗ੍ਰਾਮ ਜਿਹੜਾ ਗੁੜਗਾਉਂ ਸੀ ਉਹਨੂੰ ਗੁਰੂਗ੍ਰਾਮ ਹੁਣ ਬੋਲਣ ਲੱਗ ਗਏ। ਇੱਥੋਂ ਦੀ ਘਟਨਾ ਹੈ। ਮੁਸਲਮਾਨ ਭਾਈਚਾਰਾ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਬਹੁਤੇ ਤਿਉਹਾਰ ਨਹੀਂ ਹੁੰਦੇ, ਉਹਨਾਂ ਦੇ 2 ਤਿਉਹਾਰ ਹੁੰਦੇ ਆ। ਇੱਕ ਹੁੰਦੀ ਹੈ ਈਦ ਉਲ ਫਿਤਰ, ਇੱਕ ਈਦ ਉਲ ਅਜ਼ਹਾ। ਈਦ ਉਲ ਫਿਤਰ ਹੁੰਦੀ ਹੈ ਜਿਹੜਾ ਖੁਸ਼ੀਆਂ ਦਾ ਵੇਲਾ ਹੁੰਦਾ ਹੈ, ਫਿਤਰ ਨੂੰ ਆਪਾਂ ਖੁਸ਼ੀ ਦਾ ਗੱਲ ਕਰਦੇ ਹਾਂ। ਅਦਾ ਦਾ ਮਤਲਬ ਹੁੰਦਾ ਕਿ ਜਦੋਂ ਕੁਰਬਾਨੀ ਦਾ ਵੇਲਾ, ਉਹਨੂੰ ਅਦਾ ਦੇ ਤੌਰ ਤੇ ਮਨਾਇਆ ਜਾਂਦਾ ਹੈ। ਉਸ ਦੇ ਵਿੱਚ ਫਿਰ ਵੱਡੀ ਪੱਧਰ ਤੇ ਉਹਨਾਂ ਨੇ ਕੀ ਹੁੰਦਾ, ਇੱਕ ਉਹਨਾਂ ਦੀ ਪਰੰਪਰਾ ਹੈ ਚੱਲੀ ਆ ਰਹੀ ਹੈ ਕਿ ਉਹਨਾਂ ਨੇ ਉਸ ਦੇ ਵਿੱਚ ਬੱਕਰਿਆਂ ਦਾ ਉਹਨਾਂ ਨੇ ਬਲੀ ਦੇਣੀ ਹੁੰਦੀ ਹੈ। ਹੁਣ ਇਹ ਗੁਰੂਗ੍ਰਾਮ ਦੇ ਵਿੱਚ ਬੰਦਾ ਇੱਕ ਮੀਟ ਲੈ ਕੇ ਜਾ ਰਿਹਾ ਹੈ। ਇਹ ਸੋ ਕਾਲਡ, ਮੈਂ ਸੋ ਕਾਲਡ ਤਾਂ ਜ਼ੋਰ ਦੇ ਕੇ ਕਹਿ ਰਿਹਾ, ਸੋ ਕਾਲਡ ਜਿਹੜੇ ਗਊ ਰੱਖਿਅਕ ਬਣੇ ਹੋਏ ਆ, ਇਹਨਾਂ ਨੇ ਉਹਨੂੰ ਘੇਰਿਆ, ਘੇਰ ਕੇ ਉਹਦੇ ਤੇ ਹਥੌੜਿਆਂ ਨਾਲ ਕੁੱਟਮਾਰ ਉਹਦੀ ਕੀਤੀ ਬੁਰੀ ਤਰ੍ਹਾਂ। ਔਰ ਪਤਾ ਨਹੀਂ ਉਹਦੀ ਪੋਜੀਸ਼ਨ ਕੀ ਹੋਣੀ, ਜਿਉਂਦਾ ਹੋਣਾ, ਹਸਪਤਾਲ 'ਚ ਹੋਣਾ ਜਾਂ ਫਿਰ ਚੜ੍ਹਾਈ ਉਹਨਾਂ ਕਰ ਗਿਆ ਹੋਵੇ ਜੀ। ਹੁਣ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਦੇਸ਼ ਦੇ ਵਿੱਚ, ਔਰ ਦੇਸ਼ ਦੇ ਭਗਵਾਨ, ਵੈਸੇ ਤਾਂ ਜਦੋਂ ਕੋਈ ਸਵੇਰੇ ਉੱਠ ਕੇ ਪਹਿਲਾਂ ਰੱਬ ਦਾ ਨਾਮ ਲੈਂਦਾ ਸੀ ਨਾ, ਜਾਂ ਭਗਵਾਨ ਦਾ ਜਾਂ ਮੰਦਿਰ ਜਾਂ ਕੋਈ ਘੰਟੀ ਖੜਕਦੀ ਸੀ, ਲੋਕ ਸਾਰੇ ਹੱਥ ਜੋੜ ਕੇ ਕਹਿੰਦੇ ਸੀ ਵਾਹ ਜੀ ਵਾਹ, ਰੱਬ ਦਾ ਨਾਮ ਸਾਡੇ ਮਨ 'ਚ ਸਾਡੇ ਕੰਨਾਂ 'ਚ ਪਿਆ ਹੈ, ਇਹਦਾ ਮਤਲਬ ਕੋਈ ਭਗਤੀ ਕਰ ਰਿਹਾ ਹੈ। ਪਰ ਜਦ ਹੁਣ ਜੈ ਸ਼੍ਰੀ ਰਾਮ ਦਾ ਇਸ ਤਰ੍ਹਾਂ ਦੇ ਨਾਅਰੇ ਲੱਗਦੇ ਆ, ਉਹ ਲੱਗਦਾ ਵੀ ਕਿਸੇ ਨੂੰ ਮਾਰ ਤਾਂ ਨਹੀਂ ਰਹੇ, ਕਿਸੇ ਦਾ ਕਤਲ ਤਾਂ ਨਹੀਂ ਕਰ ਰਹੇ। ਜਦੋਂ ਇਹਨਾਂ ਲੋਕਾਂ ਨੇ ਆਹ ਥਾਵਾਂ ਲੈ ਲਈਆਂ, ਹੁਣ ਤੁਹਾਨੂੰ ਯਾਦ ਹੋਣਾ ਦਾਦਰੀ ਦੇ ਵਿੱਚ ਜੀ ਮੁਹੰਮਦ ਅਕਲੇਸ਼ ਨਾਂ ਦਾ ਵਿਅਕਤੀ, ਉਸ ਦੇ ਘਰ ਜਾ ਕੇ ਇੱਕ ਭੀੜ ਨੇ ਉਸ ਦੇ ਘਰ ਜਾ ਕੇ ਮਾਰਿਆ। ਦੋਸ਼ ਇਹ ਲੱਗਿਆ ਕਿ ਇਸ ਦੇ ਘਰ ਬੀਫ ਹੈ ਜੀ, ਜਦ ਕਿ ਬਾਅਦ ਚੋਂ ਸਾਬਤ ਵੀ ਹੋ ਗਿਆ ਕਿ ਬੀਫ ਹੈ ਹੀ ਨਹੀਂ ਸੀ ਜੀ। ਉਸ ਦੇ ਵਿੱਚ ਵੀ ਜਿਸ ਤਰੀਕੇ ਨਾਲ ਇਹ ਦੇਸ਼ ਭਗਤ ਕਹਾਉਣ ਵਾਲੇ, ਉਹਨੂੰ ਲੀਡ ਕਰ ਕੌਣ ਰਿਹਾ ਸੀ, ਉਸ ਦਾ ਨਾਮ ਮੇਰੇ ਖਿਆਲ ਨਾਲ ਸੰਗੀਤ ਸੋਮ ਹੈ, ਸ਼ਾਇਦ ਉੱਥੇ ਦਾ MLA ਸੀ। ਇਹ ਉਹਨਾਂ ਨੂੰ ਲੀਡ ਕਰ ਰਿਹਾ ਸੀ। ਸੰਗੀਤ ਸੋਮ ਕਹਿੰਦਾ ਜੀ ਸਾਡਾ ਹਿਰਦਾ ਬਲੂੰਦ ਰਿਹਾ ਗਿਆ, ਸਾਡੀ ਗਊ ਦਾ ਸਾਨੂੰ ਲੱਗਿਆ ਕਿ ਮਾਸ ਹੈ, ਇਸ ਕਰਕੇ ਭੀੜ ਉੱਥੇ ਗਈ, ਉਹਦੇ ਨਾਲ ਕੁੱਟਮਾਰ ਹੋਈ,
ਉਹਦਾ 22 ਸਾਲ ਦਾ ਮੁੰਡਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਉਹ ਬੰਦਾ ਮਾਰ ਦਿੱਤਾ ਗਿਆ। ਚਲੋ ਉਹਨਾਂ ਦੇ ਹਿਰਦੇ ਬਲੂੰਦਰੇ ਗਏ, ਭਾਵੁਕ ਹੋ ਗਏ ਜੀ ਇਹ ਤਾਂ ਬੰਦੇ, ਤਾਂ ਕਰਕੇ ਇਹਨਾਂ ਨੇ ਉਸ ਬੰਦੇ ਤੇ ਅਟੈਕ ਕਰਤਾ, ਕਲੇਸ਼ ਤੇ। ਪਰ ਜਦੋਂ ਤੁਸੀਂ ਡੀਪ ਜਾ ਕੇ ਦੇਖਦੇ ਹੋ ਨਾ, ਇਹ ਉਹੀ ਸੰਗੀਤ ਸੋਮ ਹੈ ਜਿਸ ਦੀਆਂ ਇੰਡੀਆ ਦੇ ਵਿੱਚ ਖਾਸ ਤੌਰ ਤੇ ਕੁਝ ਮੀਟ ਐਕਸਪੋਰਟ ਦੀਆਂ ਕੰਪਨੀਆਂ ਨੇ। ਉਹਨਾਂ ਚੋਂ ਇੱਕ ਅਲਦੁਆ ਫੂਡ ਪ੍ਰੋਸੈਸਿੰਗ ਕੰਪਨੀ ਹੈ। ਅਲਦੁਆ ਮੇਜਰ ਮੀਟ ਐਕਸਪੋਰਟਰ ਹੈ ਔਰ ਸੰਗੀਤ ਸੋਮ ਜੀ 2005 ਤੇ 6 ਚ ਉਹਦੇ ਡਾਇਰੈਕਟਰ ਨੇ, ਜਿਹੜਾ ਮੀਟ ਇੱਥੋਂ ਵੱਢ ਕੇ ਗਊਆਂ ਦਾ ਜਾਂ ਸਾਰਿਆਂ ਦਾ ਭੇਜਿਆ ਜਾਂਦਾ, ਇਹ ਉਹ ਸੰਗੀਤ ਸੋਮ ਜੀ ਨੇ। ਸੋ ਇਸ ਕਰਕੇ ਜਿਹੜੀ ਦੋਗਲੀ ਨੀਤੀ ਇੱਥੇ ਚੱਲ ਰਹੀ ਹੈ, ਤੁਹਾਨੂੰ ਕਿਸੇ ਨੂੰ ਇੱਥੇ ਗਊ ਨਾਲ ਪਿਆਰ ਨਹੀਂ, ਕਿਸੇ ਨੂੰ ਭਾਰਤ ਨਾਲ ਪਿਆਰ ਨਹੀਂ, ਸਿਰਫ ਤੇ ਸਿਰਫ ਇੱਥੇ ਇੱਕ ਦੂਸਰੇ ਦੇ ਪ੍ਰਤੀ ਨਫ਼ਰਤ ਫੈਲੀ ਹੋਈ ਹੈ। ਆ ਜਿਹੜੀਆਂ ਇੱਥੇ ਤੁਰੇ ਫਿਰਦੇ ਨੇ ਨਾ, ਜੇ ਗਊ ਰੱਖਿਆ, ਮੈਂ ਇਹਨਾਂ ਦੀਆਂ ਜੜ੍ਹਾਂ ਜਾਣਦਾ। ਮੈਂ ਜਰਨਲਿਜ਼ਮ ਕਰਦਾ ਰਿਹਾ, ਮੈਨੂੰ ਪਤਾ ਕਿ ਸਾਡੇ ਪਟਿਆਲੇ ਦੇ ਇਲਾਕੇ ਧਾਗੇ, ਦੇਖੋ ਜਿਹੜਾ ਹਿੰਦੂ ਧਰਮ ਹੈ ਮੇਰਾ ਬੜਾ ਉਹਨਾਂ ਨਾਲ ਸਹਿਚਾਰ ਹੈ। ਅਸੀਂ ਗੋਬਿੰਦਗੜ੍ਹ ਦੇ ਹਾਂ ਤਾਂ ਸਾਡੇ ਪਿਛੋਕੜ ਹਿੰਦੂ ਭਾਈਚਾਰਾ ਇੰਨਾ ਨਰਮ ਦਿਲ, ਆਪਸ ਵਿੱਚ ਇੱਕ ਦੂਸਰੇ ਨੂੰ ਮੋਹ ਮੁਹੱਬਤ ਕਰਨ ਵਾਲੇ, ਚਾਰ ਪੈਸੇ ਇੱਕ ਦੂਸਰੇ ਨੂੰ ਭਰਾਵਾਂ ਨਾਲ ਵਿਚਰਨ ਵਾਲੇ ਲੋਕ ਨੇ। ਆ ਜਿਹੜੇ ਰੱਖਿਆ ਦਲ ਫੱਖਿਆ ਦਲ ਤੁਰੇ ਫਿਰਦੇ ਆ ਨਾ, ਇਹ ਜਾਲੀ ਕਿਸਮ ਦੇ ਲੋਕ ਨੇ। ਇਹ ਨਖਿੱਧ ਜਿਹੜੇ ਘਰੋਂ ਕੱਢੇ ਹੋਏ ਲੋਕ ਹੁੰਦੇ ਆ, ਇਹਨਾਂ ਦੀਆਂ ਡਰਾਉਣੀਆਂ ਸ਼ਕਲਾਂ ਮੂੰਹ 'ਚ ਪਾਉਣ, ਵੱਡੇ ਵੱਡੇ ਤਿਲ ਲਾ ਕੇ ਲੋਕਾਂ ਨੂੰ ਤੇ ਹਥਿਆਰ ਚੱਕ ਕੇ ਇਹਨਾਂ ਨੇ ਹਫ਼ਤੇ ਲੈਣੇ ਹੁੰਦੇ ਆ ਜੀ। ਇਹਨਾਂ ਨੇ ਕੀ ਕਰਨਾ ਹੁੰਦਾ ਜੀ, ਗਊਆਂ ਦੇ ਟਰੱਕ ਘੇਰ ਲਏ, ਉਦੋਂ ਇਹਨਾਂ ਦੇ ਮਾਤਾ ਜਗ ਜਾਂਦੀ ਹੈ। ਜਦੋਂ ਉਹੀ ਟਰੱਕ ਵਾਲਾ ਇਹਨਾਂ ਨੂੰ 20-30 ਹਜ਼ਾਰ ਦੇ ਦਿੰਦਾ ਤੇ ਉਹੀ ਗਊਆਂ ਨੂੰ ਫਿਰ ਆਪ ਸੁਰੱਖਿਅਤ ਕੱਢ ਕੇ ਉਹਦੇ ਵੀ ਉੱਥੇ ਜਾ ਕੇ ਵੱਢ ਲਓ। ਸੋ ਸਾਡਾ ਕਰੈਕਟਰ ਸਾਡੇ ਦੇਸ਼ ਦੇ ਵਿੱਚ ਬੜਾ ਉਸ ਲੈਵਲ ਤੇ ਅਰਸ਼ ਜੀ ਚਲਿਆ ਗਿਆ, ਜਿੱਥੇ ਸਾਨੂੰ ਤਸਵੀਰ ਤਾਂ ਕੁਝ ਹੋਰ ਦਿਖਾਈ ਜਾਂਦੀ ਹੈ, ਪਰ ਪਿਛਲੇ ਪਾਸੇ ਅਸਲ ਵਿੱਚ ਕੁਝ ਹੋਰ ਹੋ ਰਿਹਾ ਹੈ, ਜਿਹੜਾ ਸੋਮਨਾਥ ਵਰਗੇ ਜਾਂ ਸੋਮ ਸੰਗੀਤ ਵਰਗੇ ਜਿਹੜੇ ਕਰ ਰਹੇ ਆ। ਅਸਲ ਤਸਵੀਰਾਂ ਸਾਡੀਆਂ ਉਹ ਨੇ, ਉਸ ਕਰਕੇ ਸਾਡਾ ਦੁਨੀਆ ਦੇ ਵਿੱਚ ਅਕਸ਼ ਖਰਾਬ ਹੁੰਦਾ ਜਾ ਰਿਹਾ ਹੈ। ਭਾਵੇਂ ਅਸੀਂ ਆਪਣੇ ਘਰ 'ਚ ਖੁਸ਼ ਹਾਂ, ਰਾਸ਼ਟਰਵਾਦ ਦੇ ਨਾਅਰਿਆਂ ਤੇ ਖੁਸ਼ ਹਾਂ, ਜਾਂ ਫਿਰ ਹੋਰ ਕੁਝ ਕਰਦੇ ਹਾਂ, ਪਰ ਦੁਨੀਆ 'ਚ ਸਾਡੀ ਤਸਵੀਰ ਚੰਗੀ ਨਹੀਂ ਬਣ ਰਹੀ। ਧਰਮ ਦੇ ਨਾਂ ਦੇ ਉੱਤੇ ਆਮ ਆਦਮੀ ਦੇ ਨਾਲ ਤਸ਼ੱਦਦ ਕਰਨਾ ਬਹੁਤ ਹੀ ਨਿੰਦਣਯੋਗ ਘਟਨਾ ਹੈਗੀ ਹੈ। ਤੇ ਨਾਲ ਹੁਣ ਅਸੀਂ ਜਿੱਥੇ ਰਹਿ ਰਹੇ ਹੈਗੇ ਆ ਕੈਨੇਡਾ ਦੇ ਵਿੱਚ, ਬੜੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਹਰਪ੍ਰੀਤ ਜੀ। ਪਿਛਲੇ ਹਫਤੇ ਹੀ ਅਸੀਂ 2 ਖਬਰਾਂ ਸੁਣੀਆਂ ਨੇ 24 ਘੰਟਿਆਂ ਦੇ ਫਰਕ ਦੇ ਨਾਲ, ਕਿ 2 ਨੌਜਵਾਨਾਂ ਦੀ ਨਦੀ ਦੇ ਵਿੱਚ ਡਿੱਗਣ ਦੇ ਨਾਲ ਮੌਤ ਹੋ ਗਈ ਹੈ। ਸੋ ਉਹ ਚੀਜ਼ਾਂ ਬਹੁਤ ਦੁੱਖ ਦਿੰਦੀਆਂ ਨੇ ਕਿ ਯੰਗ ਉਮਰ ਦੇ ਬੱਚੇ ਕਿੰਨੇ ਸੁਪਨੇ ਲੈ ਕੇ ਕੈਨੇਡਾ ਦੇ ਵਿੱਚ ਆਉਂਦੇ ਆ, ਸਿਰਫ ਇੱਕ ਲਾਪਰਵਾਹੀ ਦੇ ਨਾਲ ਜਾਨ ਚਲੀ ਜਾਂਦੀ ਹੈ। ਸਾਨੂੰ ਨਹੀਂ ਪਤਾ ਹੁੰਦਾ ਕਿ ਅਗਲੇ ਦਿਨ ਜਾਂ ਅਗਲੇ ਹੀ ਪਲ ਸਾਡੇ ਨਾਲ ਲਾਈਫ ਦੇ ਵਿੱਚ ਕੀ ਹੋਣਾ, ਪਰ ਸਾਨੂੰ ਥੋੜਾ ਜਿਹਾ ਕੰਟਰੋਲ, ਥੋੜਾ ਜਿਹਾ ਧਿਆਨ ਨਾਲ ਰਹਿਣ ਦੀ ਲੋੜ ਹੈਗੀ ਹੈ, ਕਿਉਂਕਿ ਹੁਣ ਸਮਰ ਦਾ ਟਾਈਮ ਹੈਗਾ ਤੇ ਕੈਨੇਡਾ ਦੇ ਵਿੱਚ ਸਾਰਿਆਂ ਨੂੰ ਸ਼ੌਂਕ ਹੈਗਾ ਕਿ ਅਸੀਂ ਬੀਚਸ ਤੇ ਜਾਈਏ, ਅਸੀਂ ਦਰਿਆ ਤੇ ਕੰਢੇ ਤੇ ਜਾਈਏ, ਉੱਥੇ ਜਾ ਕੇ ਆਪਣਾ ਟਾਈਮ ਸਪੈਂਡ ਕਰੀਏ, ਆਪਣੇ ਫਰੈਂਡਸ ਦੇ ਨਾਲ ਜਾਈਏ। ਪਰ ਸਾਨੂੰ ਇਹ ਨਹੀਂ ਪਤਾ ਹੁੰਦਾ, ਜਦੋਂ ਅਸੀਂ ਸਪੈਸ਼ਲੀ ਨਵੇਂ ਆਏ ਹੁੰਨੇ ਆ ਜਾਂ ਅਸੀਂ ਆਪਣੇ ਫਰੈਂਡਸ ਦੇ ਨਾਲ ਗਏ ਹੁੰਨੇ ਆ, ਸਾਨੂੰ ਕਿਉਂਕਿ ਇੱਥੇ ਬੀਚਸ ਇਦਾਂ ਦੀਆਂ ਹੈਗੀਆਂ ਨੇ ਕਿ ਸਾਨੂੰ ਲੱਗਦਾ ਹੈ ਕਿ ਕਾਫੀ ਸੈਂਡ ਹੋਣੀ ਹੈ ਜਾਂ ਰੌਕਸ ਹੋਣੇ ਨੇ, ਪਰ ਆਏ ਨਹੀਂ ਪਤਾ ਹੁੰਦਾ ਕਿ ਇੱਥੋਂ ਥੋੜੇ ਜਿਹੇ ਕਦਮ ਚੱਲ ਕੇ ਹੀ ਬਹੁਤ ਹੀ ਸ਼ਾਰਪ ਤੇ ਡੂੰਘਾਈ ਦੇ ਵਿੱਚ ਇਹ ਨਦੀ ਜਾ ਰਹੀ ਹੈਗੀ ਹੈ। ਕਈ ਨਦੀਆਂ ਤਾਂ ਦੇਖਣ ਨੂੰ ਲੱਗਦੀਆਂ ਹੁੰਦੀਆਂ, ਇੰਨੀਆਂ ਡੂੰਘੀਆਂ ਨਹੀਂ, ਅਸੀਂ ਪੈਦਲ ਚੱਲ ਕੇ ਕਿੰਨੀ ਦੂਰ ਤੱਕ ਚਲੇ ਜਾਂਦੇ ਆ, ਪਰ ਕਈ ਇਦਾਂ ਹੁੰਦੀਆਂ ਕਿ ਬਹੁਤ ਸ਼ਾਰਪ ਡੈਪਥ ਤੇ ਹੁੰਦੀਆਂ ਨੇ ਤੇ ਸਾਨੂੰ ਨਹੀਂ ਪਤਾ ਹੁੰਦਾ ਤੇ ਪੈਰ ਤਿਲਕ ਸਕਦਾ ਹੈ ਤੁਹਾਡਾ, ਤੁਹਾਨੂੰ ਅਣਜਾਣੇ ਦੇ ਵਿੱਚ ਆ ਸਕਦੇ ਆ। ਪਰ ਜਦੋਂ ਵੀ ਤੁਸੀਂ ਪਾਣੀ ਦੇ ਕੰਢੇ ਜਾਓ, ਲਾਈਫ ਜੈਕਟ ਜ਼ਰੂਰ ਪਾ ਕੇ ਜਾਓ, ਸ਼ਰਾਰਤਾਂ ਨਾ ਕਰੋ, ਕਿਉਂਕਿ ਪਾਣੀ ਦੇ ਨਾਲ ਕੋਈ ਮਜ਼ਾਕ ਨਹੀਂ, ਕੋਈ ਖੇਡ ਨਹੀਂ, ਖਾਸ ਕਰਕੇ ਉਦੋਂ ਜਦੋਂ ਤੁਹਾਨੂੰ ਤੈਰਨਾ ਨਹੀਂ ਆਉਂਦਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਸਾਹਮਣੇ ਆ ਰਹੀਆਂ ਨੇ, ਬੜਾ ਦੁੱਖ ਲੱਗਦਾ ਹੈਗਾ ਹੈ। ਤੇ ਪਿਛਲੇ ਕੁਝ ਸਮੇਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕੈਨੇਡਾ ਭਰ ਤੋਂ ਹੀ ਸਾਡੇ ਭਾਈਚਾਰੇ ਦੇ ਬੱਚਿਆਂ ਦਾ ਜਿੱਦਾਂ ਇਸ ਤਰ੍ਹਾਂ ਜਾਣਾ, ਇਸ ਤਰ੍ਹਾਂ ਨਦੀ ਦੇ ਕੰਢੇ ਤੇ ਜਾਣਾ, ਡੁੱਬ ਕੇ ਮੌਤ ਹੋ ਜਾਣੀ, ਸੋ ਬਹੁਤ ਦੁਖਦਾਈ ਲੱਗਦਾ। ਇੱਥੇ ਅਸੀਂ ਸਾਰੇ ਵਿਊਅਰਸ ਨੂੰ, ਜਿਹੜੇ ਵੀ ਕੋਈ ਜਾਂਦੇ ਆ, ਉਹਨਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਜਾਓ, ਫਨ ਕਰੋ ਆਪਦਾ, ਪਰ ਇਹ ਹੈ ਕਿ ਰਿਸਕ ਤੇ ਨਹੀਂ, ਧਿਆਨ ਜ਼ਰੂਰ ਸਾਨੂੰ ਰੱਖਣਾ ਚਾਹੀਦਾ। ਬਿਲਕੁਲ ਜੀ, ਬਿਲਕੁਲ, ਕਿਉਂਕਿ ਇਹ ਸੰਦੇਸ਼ ਬਣਦਾ ਵੀ ਹੈ, ਕਿਉਂਕਿ ਆਪਾਂ ਪਬਲਿਕ ਪਲੇਟਫਾਰਮ ਤੇ ਆ ਜੀ ਇੱਥੇ। ਸੋ ਲੋਕਾਂ ਨੂੰ ਖਾਸ ਤੌਰ ਤੇ ਜਿਹੜਾ ਵਿਦਿਆਰਥੀ ਵਰਗ ਸਾਡਾ ਭਾਰਤ ਤੋਂ ਇੱਥੇ ਪੜ੍ਹਨ ਆ ਰਿਹਾ ਵੱਡੀ ਤਾਦਾਦ ਦੇ ਵਿੱਚ, ਜਿਹੜੇ 2 ਨੌਜਵਾਨ ਦੀ ਡੈਥ ਹੋਈ ਹੈ, ਇੱਕ ਦਾ ਤਾਂ ਅਗਲੇ ਕੁਝ ਮਹੀਨਿਆਂ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਵਿਆਹ ਸੀ, ਉਸਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ। ਇੱਥੇ ਆ ਕੇ ਇਸ ਤਰ੍ਹਾਂ ਦੀ ਘਟਨਾ ਹੋਣੀ, ਉਹਨਾਂ ਦੇ ਮਾਂ-ਬਾਪ ਦੇ ਦਿਲ ਤੇ ਕੀ ਗੁਜ਼ਰੀ ਹੋਊਗੀ, ਜਾਂ ਉਹਦਾ ਜੀਵਨ ਸਾਥੀ ਜਿਹੜੀ ਕੁੜੀ ਦੇ ਨਾਲ ਉਸਦਾ ਰਿਸ਼ਤਾ ਸੀ, ਉਹਦੇ ਮਨ ਤੇ ਉਹਦਾ ਕਿੰਨੀ ਸਾਰੀ ਉਮਰ ਉਹ ਤੇ ਪ੍ਰਭਾਵ ਨਹੀਂ ਜਾਣਾ ਇਸ ਚੀਜ਼ਾਂ ਦਾ। ਸੋ ਇਸ ਕਰਕੇ
ਸਾਰੀਆਂ ਜ਼ਿੰਮੇਵਾਰੀਆਂ ਅਸੀਂ ਨਿੱਜੀ ਤੌਰ ਤੇ ਸਾਨੂੰ ਸਮਝਣਾ ਪੈਣਾ ਹੈ। ਇਹ ਨਹੀਂ ਹੈ ਕਿ ਹਾਂ ਅਸੀਂ ਖਰੂਦ ਪ੍ਰੋਕਤੀ ਕੁਝ ਵੀ ਕਰਦੇ ਫਿਰੀ ਜਾਈਏ, ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਸਰਕਾਰਾਂ ਬਹੁਤ ਇੱਥੇ ਕਰਦੀਆਂ ਨੇ, ਪਰ ਫਿਰ ਵੀ ਸਾਡਾ ਫਰਜ਼ ਬਣਦਾ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਜਿੰਨਾ ਅਸੀਂ ਆਪਣਾ ਬਣਦਾ ਰੋਲ ਨਿਭਾ ਸਕਦੇ ਹਾਂ। ਜ਼ਿੰਦਗੀ ਆਪਣੀ ਹੈ, ਆਪਣੇ ਵਾਸਤੇ ਕਰਨਾ, ਕਿਹੜਾ ਕਿਸੇ ਵਾਸਤੇ ਕਰਨਾ। ਜੀ ਬਿਲਕੁਲ ਬਿਲਕੁਲ, ਇੱਥੇ ਸਾਡੀ ਖੁਦ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ, ਕਿਉਂਕਿ ਅਗਲੇ ਹੀ ਪਲ ਦਾ ਨਹੀਂ ਪਤਾ ਸਾਨੂੰ, ਕਿਉਂਕਿ ਰੱਬ ਨੇ ਜੋ ਸਾਡੇ ਕਿਸਮਤ 'ਚ ਲਿਖਿਆ, ਕਰਮਾਂ 'ਚ ਲਿਖਿਆ, ਉਹੀ ਹੋਣਾ ਆ। ਅਸੀਂ ਹਮੇਸ਼ਾ ਹੀ ਤੋਂ ਹੀ ਇਹ ਸੁਣਦੇ ਆ ਰਹੇ ਹਾਂ, ਪਰ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ, ਕਿਉਂਕਿ ਤੁਹਾਨੂੰ ਕੋਈ ਘਰੇ ਉਡੀਕ ਰਿਹਾ ਬੈਕ ਤੁਹਾਨੂੰ। ਜੇ ਤੁਸੀਂ ਇੱਥੇ ਨਹੀਂ, ਤੁਹਾਡੇ ਪੇਰੈਂਟਸ ਰਹਿ ਰਹੇ ਇੰਡੀਆ ਦੇ ਵਿੱਚ ਰਹਿ ਰਹੇ ਨੇ, ਕਿਸੇ ਹੋਰ ਮੁਲਕ ਦੇ ਵਿੱਚ ਰਹਿ ਰਹੇ ਨੇ, ਉਹ ਹਮੇਸ਼ਾ ਉਹਨਾਂ ਦਾ ਸਵੇਰੇ ਉੱਠਦਿਆਂ ਹੀ ਸ਼ੁਰੂ ਹੋ ਜਾਂਦਾ ਕਿ ਮੇਰਾ ਬੱਚਾ ਕਿਸ ਹਾਲਤ ਦੇ ਵਿੱਚ ਹੋਏਗਾ, ਕੀ ਕਰਦਾ ਹੋਏਗਾ। ਕਿੰਨੀ ਮਿਹਨਤ ਦੇ ਨਾਲ ਉਹਨਾਂ ਨੇ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਭੇਜਣ ਲਈ, ਪੜ੍ਹਨ ਦੇ ਲਈ ਭੇਜਿਆ ਹੈਗਾ, ਤਾਂ ਕਿ ਅਸੀਂ ਇੱਕ ਵਧੀਆ ਆਪਦਾ ਫਿਊਚਰ ਜਿਹੜਾ ਬਣਾ ਸਕੀਏ। ਸੋ ਸਾਨੂੰ ਸਾਰਿਆਂ ਨੂੰ ਲੋੜ ਹੈਗੀ ਹੈ ਕਿ ਜਦੋਂ ਅਸੀਂ ਇੱਦਾਂ ਦੀਆਂ ਥਾਵਾਂ ਤੇ ਜਾਂਦੇ ਹਾਂ, ਸਾਨੂੰ ਫਨ ਕਰਨ ਦੀ ਵੀ ਲੋੜ ਹੈਗੀ ਹੈ, ਸਾਨੂੰ ਜ਼ਰੂਰ ਵਕੇਸ਼ਨ ਤੇ ਜਾਣ ਦੀ ਲੋੜ ਹੈਗੀ ਹੈ। ਇਸ ਤਰ੍ਹਾਂ ਸਾਨੂੰ ਜਾਣਾ ਵੀ ਚਾਹੀਦਾ ਹੈਗਾ ਆ, ਸਾਨੂੰ ਅਲੱਗ-ਅਲੱਗ ਚੀਜ਼ਾਂ ਐਕਸਪਲੋਰ ਵੀ ਕਰਨੀਆਂ ਚਾਹੀਦੀਆਂ, ਪਰ ਸੇਫਟੀ ਦੇ ਨਾਲ। ਸਾਡੀ ਸੇਫਟੀ ਦੇ ਵਿੱਚ ਹੀ ਸੇਫਟੀ ਹੈ। ਅਸੀਂ ਆਪਣੀ ਜਾਨ ਦੇ ਆਪ ਹੀ ਜੇ ਜ਼ਿੰਮੇਵਾਰ ਹੈਗੇ ਆ, ਅਸੀਂ ਆਪਣੀ ਰੱਖਿਆ ਆਪ ਹੀ ਕਰਨੀ ਹੈ, ਕਿਸੇ ਹੋਰ ਨੇ ਆ ਕੇ ਨਹੀਂ ਸਾਨੂੰ ਬਚਾਉਣਾ ਹੈਗਾ। ਸੋ ਪਲੀਜ਼ ਜਦੋਂ ਵੀ ਕਿਤੇ ਬੀਚਿਸ ਤੇ ਘੁੰਮਣ ਜਾਓ ਜਾਂ ਪਾਰਕਾਂ ਦੇ ਵਿੱਚ ਜਾਓ, ਤਾਂ ਜਦੋਂ ਤੁਸੀਂ ਇਸ ਤਰ੍ਹਾਂ ਦੇ ਕੋਈ ਪਾਣੀ ਵਾਲੀ ਨਦੀ, ਕੋਈ ਡੂੰਘੀ ਨਦੀ ਦੇ ਕੋਲ ਜਾਓ, ਤਾਂ ਲਾਈਫ ਜੈਕਟ ਜ਼ਰੂਰ ਪਾਓ। ਜੇ ਨਹੀਂ ਹੈਗੀ ਤਾਂ ਦੂਰੀ ਬਣਾ ਕੇ ਰੱਖੋ, ਕਿਉਂਕਿ ਫੋਟੋਆਂ ਦੇ ਚੱਕਰ ਦੇ ਵਿੱਚ ਅਸੀਂ ਦੇਖਿਆ ਕਿ ਫੋਟੋਆਂ ਖਿਚਵਾਉਣ ਦੇ ਚੱਕਰ ਦੇ ਵਿੱਚ ਅਸੀਂ ਬਹੁਤ ਡੂੰਘੇ ਚਲੇ ਜਾਂਦੇ ਹਾਂ, ਤੇ ਅਸੀਂ ਫਿਰ ਬਾਅਦ 'ਚ ਸਾਨੂੰ ਧਿਆਨ ਨਹੀਂ ਰਹਿੰਦਾ ਕਿ ਅਸੀਂ ਕੀ ਕਰ ਰਹੇ ਹੈਗੇ ਹਾਂ। ਸੋ ਬਿਲਕੁਲ, ਤੇ ਨਾਲ ਤੁਸੀਂ ਸਾਡੇ ਨਾਲ ਇੰਨੀ ਇਨਫੋਰਮੇਸ਼ਨ ਸ਼ੇਅਰ ਕਰਦੇ ਹੋ ਭਾਰਤ ਦੇ ਬਾਰੇ, ਪੰਜਾਬ ਦੇ ਬਾਰੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਸਟ੍ਰੇਟ ਟਾਕ, ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਗੱਲਬਾਤ ਹੋਈ। ਉਮੀਦ ਹੈ ਕਿ ਤੁਹਾਨੂੰ ਬਹੁਤ ਸਾਰੀ ਇਨਫੋਰਮੇਸ਼ਨ ਇਹਦੇ ਬਾਰੇ ਮਿਲੀ ਹੋਊਗੀ, ਵੱਖ-ਵੱਖ ਮੁੱਦਿਆਂ ਦੇ ਬਾਰੇ ਮਿਲੀ ਹੋਊਗੀ। BC ਡੇ ਮਨਾਇਆ ਜਾ ਰਿਹਾ ਹੈਗਾ, ਬ੍ਰਿਟਿਸ਼ ਕੋਲੰਬੀਆ ਡੇ ਇਸ ਵੀਕ ਲੌਂਗ ਵੀਕਐਂਡ ਹੈ। ਤਾਂ ਤੁਸੀਂ ਜਦੋਂ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਗੱਲ ਕੀਤੀ ਹੈ ਕਿ ਬਾਹਰ ਘੁੰਮਣ ਜਾਣਾ, ਆਪਣਾ ਜ਼ਰੂਰ ਧਿਆਨ ਰੱਖਣਾ, ਆਪਣੇ ਨਾਲਦਿਆਂ ਦਾ ਧਿਆਨ ਰੱਖਣਾ, ਆਪਣੇ ਫੈਮਿਲੀ ਦਾ ਧਿਆਨ ਰੱਖਣਾ। ਇਸ ਤਰ੍ਹਾਂ ਹੀ ਇੰਜੋਏ ਕਰੋ, ਤੇ ਇਸ ਤਰ੍ਹਾਂ ਹੀ ਜਿਹੜਾ ਸਟ੍ਰੇਟ ਟਾਕ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।